ਭਾਗਾਂ ਵਾਲੇ ਕਰਮਾਂ ਵਾਲੇ ਹਾਂ ਜੋ ਸਤਿਗੁਰ ਪਾਤਸ਼ਾਹ ਜੀ ਨੇ ਸਾਨੂੰ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਕਾਲ ਪੁਰਖ ਦੀ ਅਪਾਰ ਕਿਰਪਾ ਹੈ। ਬੇਅੰਤ ਬੇਅੰਤ ਵਡਿਆਈਆਂ ਉਹਨਾਂ ਸੰਗਤਾਂ ਨੂੰ ਮਿਲਦੀਆਂ ਹਨ ਜੋ ਹਰੀ ਦੇ ਨਾਮ ਦੇ ਨਾਲ ਜੁੜਦੇ ਹਨ, ਜਿਨ੍ਹਾਂ ਨੂੰ ਆਪਣੇ ਸਵਾਸਾਂ ਦੇ ਧਨ ਦਾ ਪਤਾ ਚੱਲ ਗਿਆ ਵੀ ਸਵਾਸ ਬਹੁਤ ਕੀਮਤੀ ਹਨ। ਇਸ ਸੰਸਾਰ ਤੇ ਅਸੀਂ ਜਦੋਂ ਆਏ ਹਾਂ ਸਵਾਸਾਂ ਦੀ ਪੂੰਜੀ ਲੈ ਕੇ ਆਏ, ਧਨ ਲੈ ਕੇ ਆਏ, ਵਣਜ ਕਰਨ ਵਾਸਤੇ, ਵਪਾਰ ਕਰਨ ਵਾਸਤੇ। ਧਨ ਤੋਂ ਬਿਨਾਂ ਵਪਾਰ ਨਹੀਂ ਹੁੰਦਾ। ਉਹ ਵਣਜ ਕਰਨਾ ਜੋ ਅਸੀਂ 4 ਯੁੱਗਾਂ ਤੋਂ ਸੰਸਾਰ ਦਾ ਵਣਜ ਕਰਦੇ ਹੋਏ ਦੂਸਰੇ ਕੰਮਾਂ ਦੇ ਵਿੱਚ ਸਿਰਫ ਸਰੀਰ ਨਾਲ ਜੁੜਨ ਕਰਕੇ ਇਹ ਮਾਇਆ ਦਾ ਵਣਜ ਕਰਦੇ ਰਹੇ। ਸੰਸਾਰ ਦਾ ਤ੍ਰੇਗੁਣ ਮਾਇਆ ਦੇ ਵਿੱਚ ਆਏ, ਤ੍ਰੇਗੁਣ ਮਾਇਆ ਵਿੱਚ ਹੀ ਚਲੇ ਗਏ। ਚੌਥੇ ਪਦ ਦਾ ਸਾਨੂੰ ਗਿਆਨ ਨਾ ਸੀ। ਇਹ ਜੀਵਾਂ ਦੀ ਗਲਤੀ ਨਹੀਂ। ਬਹੁਤ ਸਮਾਂ ਬੀਤ ਗਿਆ, ਪਰਮਾਤਮਾ ਨੇ ਫਿਰ ਇਹ ਜੁਗਤ ਵਰਤੀ ਪਈ ਕਿਸੇ ਤਰ੍ਹਾਂ ਇਹਨਾਂ ਜੀਵਾਂ ਦਾ ਭਲਾ ਹੋਵੇ। ਸਾਡੇ ਤੇ ਕਿਰਪਾ ਦਇਆ ਮਿਆ ਕੀਤੀ ਤੇ ਸਾਨੂੰ ਪਤਾ ਚੱਲਿਆ ਵੀ ਕਿ ਇੱਕ ਸਵਾਸ ਜਿਹੜਾ ਹੈ ਅਮੋਲਕ ਰਤਨ ਹਨ, ਹੀਰੇ ਹਨ। ਗੁਰੂ ਕਾ ਸ਼ਬਦ ਰਤਨ ਹੈ। ਗੁਰੂ ਦਾ ਜਿਹੜਾ ਸ਼ਬਦ ਹੈ ਉਹ ਰਤਨ ਹੈ। ਇਹਦੇ ਵਿੱਚ ਅਸੀਂ ਹੀਰੇ ਜੜਨੇ ਸੀ। ਹੀਰੇ ਜਿੱਤ ਜੜਾਓ, ਇਹ ਗੱਲ ਵਿੱਚ ਅਸੀਂ ਮਾਲਾ ਪਾਣੀ ਸੀ। ਕੰਠੇ ਮਾਲਾ ਜੇਬਾ ਰਾਮ। ਤੇ ਤਨ ਦੀ ਭਗਤੀ ਹੋਣ ਕਰਕੇ, ਤ੍ਰੇਗੁਣ ਮਾਇਆ ਦਾ ਗਿਆਨ ਹੋਣ ਕਰਕੇ ਆਪਾਂ ਇਸ ਸੰਸਾਰ ਤਰਲੋਕੀ ਦੇ ਵਿੱਚ ਹੀ ਜੀਵਨ ਬਤੀਤ ਕਰਦੇ ਰਹੇ। ਤਰਲੋਕੀ ਕਹਿ ਦਿੱਤਾ ਜਲ ਥਲ ਮਈਲ ਨੂੰ। ਪਾਣੀ ਦੇ ਜੀਵ, ਧਰਤੀ ਤੇ ਆਕਾਸ਼ ਲੋਕ ਦੇ ਜੀਵ, ਪੰਛੀ। ਉਸ ਤੋਂ ਨਾਲ ਹੀ ਫਿਰ ਦੇਵਲੋਕ ਸ਼ੁਰੂ ਹੋ ਜਾਂਦਾ, ਜਿਸ ਨੂੰ ਸਵਰਗ ਲੋਕ ਵੀ ਕਹਿੰਦੇ ਹਨ, ਹਰਚੰਦੂਰੀ ਵੀ ਕਹਿੰਦੇ ਹਨ, ਤੇ ਨਾਲ ਹੀ ਇਸ ਨੂੰ ਭਰਮ ਭੁਲੇਖਾ ਵੀ ਕਿਹਾ ਹੈ, ਮਾਇਆ ਦਾ ਜਾਲ ਵੀ ਹੈ। ਤੇ ਇੱਥੇ ਸਾਨੂੰ ਇਹ ਰੰਗਾਂ ਦੇ ਵਿੱਚ ਫਿਰ ਫਸਾ ਲਿੱਤਾ ਜਾਂਦਾ ਹੈ, ਜਿੱਥੇ ਸ਼ਬਦਾਂ ਦੇ ਨਾਲ ਹੀ ਜਦੋਂ ਸਾਨੂੰ ਇਹ ਸ਼ਬਦ ਸੁਣਨੇ ਸ਼ੁਰੂ ਹੁੰਦੇ ਹਨ, ਇੱਥੇ ਫਿਰ ਅੱਗੇ ਦੇਵ ਲੋਕ ਆ ਜਾਂਦਾ। ਜਦੋਂ ਹਰਚੰਦੂਰੀ ਦੇ ਵਿੱਚ ਰੰਗ ਦਿਖਦੇ ਹਨ, ਸਵਰਗ ਦੇ ਫੁੱਲ ਦਿਖਦੇ ਹਨ, ਸੁੰਦਰ ਬਗੀਚੇ ਦਿਖਦੇ ਹਨ, ਰੰਗ ਦਿਖਦੇ ਹਨ, ਇਹਨਾਂ ਤੱਤਾਂ ਦੇ ਅਸੀਂ ਸਮਝ ਬੈਠਦੇ ਹਾਂ ਵੀ ਹੁਣ ਬਹੁਤ ਸਾਡੀ ਅਵਸਥਾ ਬਣ ਗਈ ਹੈ। ਸੁੱਖ ਮਿਲਦਾ ਉਸ ਜਗ੍ਹਾ ਦੇ ਉੱਤੇ ਪਹੁੰਚ ਕੇ। ਪਰ ਜਦੋਂ ਇਹ ਸ਼ਬਦ ਪ੍ਰਗਟ ਹੋ ਜਾਂਦੇ ਹਨ, ਉਸ ਤੋਂ ਨਾਲ ਹੀ ਅੱਗੇ ਫਿਰ ਦੇਵ ਲੋਕ ਆ ਜਾਂਦਾ ਹੈ। ਉਹ ਫਿਰ ਸ਼ਬਦਾਂ ਦੀ ਨਿਸ਼ਾਨੀ ਦੱਸੀ ਪਈ। ਦੇਵ ਲੋਕ ਕਿਆ ਨਿਸ਼ਾਨੀ, ਬਾਜੇ ਸ਼ਬਦ ਅਨਾਹਦ ਬਾਣੀ। ਅਨਾਹਦ ਬਾਣੀ ਪ੍ਰਗਟ ਹੁੰਦੇ ਹਨ। ਦੇਵ ਲੋਕ ਦੇ ਵਿੱਚ ਸੂਖਮ ਆਕਾਰ ਜਿਹੜੇ ਹਨ, ਜਿੱਥੇ ਇਹ ਮੁਕਤ ਨਹੀਂ ਹੋਏ, ਦੇਵ ਲੋਕ ਦੇ ਵਿੱਚ ਬੈਠੇ ਸਰੀਰ ਦੀ ਪਾਲਣਾ ਕਰ ਰਹੇ ਹਨ, ਜਿਸ ਨੂੰ ਕਹਿੰਦੇ ਹਨ ਮਹਾਰਾਜ ਜੀ ਬਾਣੀ ਦੇ ਵਿੱਚ ਵੀ ਇਹ ਜਿਹੜੇ ਦੇਵਤੇ ਹਨ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਹਰੀ ਦੀ ਸੇਵਾ ਦੇ ਨਾਲ ਫਿਰ ਇਹ ਪ੍ਰਾਪਤ ਹੁੰਦੀ ਹੈ। ਤੇ ਇੱਥੇ ਫਿਰ ਇਹ ਸੇਵਾ ਦੇ ਵਿੱਚ ਜਿੱਥੇ ਵੀ ਗੁਰਮੁਖ ਜਨ ਇਸ ਜਗ੍ਹਾ ਤੇ ਪਹੁੰਚਦੇ ਹਨ, ਜਦੋਂ ਅਨਹਦ ਬਾਣੀ, ਉੱਥੇ ਬੈਠ ਕੇ ਫਿਰ ਇਹ ਵੀ ਅਨਹਦ ਬਾਣੀ ਦਾ ਰਸ ਲੈਂਦੇ ਵੀ ਅਸੀਂ ਮੁਕਤ ਹੋ ਜਾਈਏ, ਸਾਨੂੰ ਉਹ ਮਾਂ ਮਿਲ ਜਾਏ, ਉਹ ਗਰਭ ਮਿਲ ਜਾਏ, ਅਸੀਂ ਮਨੁੱਖਾ ਜਨਮ ਧਾਰਨ ਕਰ ਲਈਏ, ਤੇ ਅਸੀਂ ਚੌਥੇ ਪਦ ਵਿੱਚ ਤੇ ਆਪਣੇ ਪਰਮਾਤਮਾ ਦੇ ਨਾਲ, ਇਹ ਸ਼ਬਦ ਦੇ ਨਾਲ ਸਾਡੀ ਸੁਰਤੀ ਦਾ ਜਿਹੜਾ ਮੇਲ ਹੋ ਜਾਏ, ਤੇ ਸੁਰਤੀ ਸਾਨੂੰ ਆਪਣੇ ਘਰ ਲੈ ਜਾਏ, ਤੇ ਅਕਾਲ ਪੁਰਖ ਨਾਲ ਮਿਲਾਪ ਹੋ ਕੇ ਜਨਮ ਮਰਨ ਖੰਡਨ ਹੋ ਜਾਏ। ਜਿਸ ਪ੍ਰਕਾਸ਼ ਦੇ ਵਿੱਚੋਂ, ਪਰਮਾਤਮਾ ਦੀ ਆਵਾਜ਼ ਦੇ ਵਿੱਚੋਂ, ਸ਼ਬਦ ਦੇ ਵਿੱਚੋਂ ਸਾਡਾ ਆਉਣਾ ਹੋਇਆ, ਇਹ ਵਾਪਸੀ ਵੀ ਫਿਰ ਉੱਥੇ ਜਾ ਕੇ ਹੀ ਖਤਮ ਹੁੰਦੀ ਹੈ। ਸੋ ਇਹ ਦੇਵਤੇ ਜਿਹੜੇ ਫਿਰ ਉਹ ਮਾਂ, ਉਹ ਪਿਤਾ ਲੱਭਦੇ ਹਨ, ਜਿਨ੍ਹਾਂ ਦੇ
ਸੰਜੋਗ ਦੇ ਨਾਲ ਜਿਨ੍ਹਾਂ ਦਾ ਪਰਿਵਾਰ ਜਿਹੜਾ ਹੈ ਉਹ ਚੌਥੇ ਪਦ ਵਾਲਾ ਹੋਵੇ, ਜਿਨ੍ਹਾਂ ਦੇ ਘਰ ਇਹ ਨਾਮ ਸਿਮਰਨ ਹੋਵੇ, ਤਾਂ ਕਿ ਉਹਨਾਂ ਦਾ ਜਿਹੜਾ ਜੀਵਨ ਹੈ ਉਹੋ ਜਿਹੀ ਮਾਂ ਮਿਲੇ ਜੋ ਨਾਮ ਜਪਣ ਵਾਲੀ ਹੋਵੇ। ਇਸ ਕਰਕੇ ਉਹਨਾਂ ਨੂੰ ਬੜੀ ਉਡੀਕ ਕਰਨੀ ਪੈਂਦੀ। ਕਈਆਂ ਨੂੰ ਤੇ ਬਹੁਤ 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 ਸਮਾਂ ਲੱਗਦਾ ਹੈ, ਕਿਉਂਕਿ ਉਹ ਆਮ ਸਧਾਰਨ ਜਿਹੜੇ ਜਿਨ ਭੂਤਾਂ ਦੇ ਘਰ ਪੈਦਾ ਨਹੀਂ ਹੋਣਾ ਚਾਹੁੰਦੇ, ਕਿਉਂਕਿ ਉਹਨਾਂ ਨੇ ਕਾਫੀ ਮਿਹਨਤ ਕਰਕੇ ਦੇਵਲੋਕ ਤੱਕ ਪਹੁੰਚੇ ਹਨ, ਪਰ ਅੱਗੇ ਸਵਾਸਾਂ ਦੀ ਪੂੰਜੀ ਖਤਮ ਹੋ ਗਈ। ਸੋਝੀ ਦੇਰ ਨਾਲ ਹੋਈ ਜਾਂ ਗਿਆਨ ਦੇਰ ਨਾਲ ਹੋਇਆ, ਪਰ ਉਹ ਜਿਹੜਾ ਮਿਲਾਪ ਨਾ ਹੋ ਸਕਿਆ, ਜਨਮ ਮਰਨ ਖੰਡਨ ਨਾ ਹੋ ਸਕਿਆ। ਤੇ ਫਿਰ ਸੁਖਮ ਦੇ ਵਿੱਚ ਜਦੋਂ ਤੱਕ ਉਹ ਆਕਾਰ ਵਿੱਚ ਨਹੀਂ ਆਉਂਦੇ, ਮਨੁੱਖਾ ਜਨਮ ਵਿੱਚ ਨਹੀਂ ਆਉਂਦੇ। ਇਸ ਕਰਕੇ ਕਿਹਾ ਹੈ ਵੀ ਮਨੁੱਖਾ ਜਨਮ ਜਿਹੜਾ ਦੁਰਲਭ ਹੈ, ਇਹ ਬਹੁਤ ਹੀ ਮੁਸ਼ਕਲ ਨਾਲ ਮਿਲਿਆ। ਬਹੁਤ ਪਰਚੂਨ ਕਮਾਈ, ਤਰਸ ਖਾਧਾ ਮਾਲਕ ਨੇ, ਇਹ ਮਨੁੱਖਾ ਜਨਮ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ। ਤੇ ਮਹਾਰਾਜ ਕਹਿੰਦੇ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਾ ਨਹੀਂ। ਹੁਣ ਕਿਉਂ ਨਹੀਂ ਸਿਮਰਦੇ? ਹੁਣ ਤਾਂ ਪਤਾ ਲੱਗ ਗਿਆ ਵੀ ਮਨੁੱਖਾ ਜਨਮ ਬੜੇ ਮੁਸ਼ਕਲ ਨਾਲ ਮਿਲਿਆ, ਤੇ ਹੁਣ ਕਿਉਂ ਨਹੀਂ ਸਿਮਰਦੇ? ਕਹਿੰਦੇ ਜੇ ਹੁਣ ਨਹੀਂ ਸਿਮਰਿਆ ਤੇ ਫਿਰ ਕਦੇ ਵੀ ਨਹੀਂ ਸਿਮਰ ਸਕੋਗੇ। ਫਿਰ ਦੁਬਾਰਾ ਵਾਪਸੀ ਧਾਤ ਦੇ ਰਸਤੇ ਤੇ ਹੋ ਜਾਏਗੀ, 84 ਵੱਲ ਹੋ ਜਾਏਗੀ। ਪਾਣੀ ਦੇ ਜੀਵ ਬਣ ਜਾਾਂਗੇ, ਲੜਾਂਗੇ, ਪਿਘੜਾਂਗੇ, ਝਗੜਾਂਗੇ ਪਤਾਲ ਦੇ ਵਿੱਚੋਂ। ਫਿਰ ਪਤਾ ਨਹੀਂ ਕਦੋਂ ਧਰਤੀ ਨਸੀਬ ਹੋਵੇ, ਫਿਰ ਧਰਤੀ ਤੇ ਪਤਾ ਨਹੀਂ ਜਾਨਵਰ ਬਣਾਂਗੇ, ਸੱਪ ਬਣਾਂਗੇ, ਰਹਿੰਗਾਂਗੇ, ਕੀ ਬਣੇਗਾ ਇਹ ਵੀ ਨਹੀਂ ਪਤਾ। ਤੇ ਫਿਰ ਕਹਿੰਦੇ ਮਾਲਕ ਨੇ ਫਿਰ ਤਰਸ ਕਰ ਕਰਕੇ ਇਹਨਾਂ ਜੂਨਾਂ ਤੋਂ ਸਾਨੂੰ ਫਿਰ ਮਨੁੱਖਾ ਜਨਮ ਬਖਸ਼ਿਆ ਵੀ ਇਹਨਾਂ ਕੋਲੋਂ, ਜੀਵਾਂ ਕੋਲੋਂ ਕੁਛ ਨਹੀਂ ਹੋ ਸਕਦਾ। ਇਹ ਪਰਚੂਨ ਕਮਾ ਰਹੇ ਹਨ, ਥੋੜਾ ਥੋੜਾ ਭਗਤੀ ਜਿਹੜੀ ਕੀਤੀ, ਫਿਰ ਸਾਨੂੰ ਮਨੁੱਖਾ ਜਨਮ ਦੇ ਕੇ ਪਰਮਾਤਮਾ ਨੇ ਆਖਿਆ ਭਈ ਹੁਣ ਤੁਸੀਂ ਸ੍ਰੇਸ਼ਟ ਜੂਨੀ ਵਿੱਚ ਹੋ, ਤੁਹਾਨੂੰ ਫੁੱਲ ਟ੍ਰੇਨਿੰਗ ਹੈ, ਪੂਰੀ ਕੋਚਿੰਗ ਤੁਹਾਨੂੰ ਸੁਨ ਮੰਡਲ ਵਿੱਚ ਮਿਲੀ ਹੈ। ਤੇ ਹੁਣ ਮਾਤਾ ਦੇ ਗਰਭ ਦੇ ਵਿੱਚ ਵੀ 9 ਮਹੀਨੇ ਸਾਨੂੰ ਟ੍ਰੇਨਿੰਗ ਦਿੱਤੀ ਗਈ, ਕੱਚਾ ਪੱਕਾ ਕੀਤਾ ਗਿਆ, ਕੱਚ ਪਕਾਈ ਉੱਥੇ ਪਾਏ। ਜਪਜੀ ਸਾਹਿਬ ਜੀ ਮਹਾਰਾਜ ਦੱਸਦੇ ਪਈ ਉੱਥੇ ਕੱਚਾ ਪੱਕਾ ਕਿਸ ਤਰ੍ਹਾਂ ਹੁੰਦਾ। ਕਈਆਂ ਦੇ ਮੂੰਹ ਦੇ ਉੱਤੇ ਦਾਗ ਪੈ ਜਾਂਦੇ ਜਦੋਂ ਅਗਨ ਦੇ ਨਾਲ ਉਹ ਸੜ ਜਾਂਦੇ, ਜ਼ਿਆਦਾ ਅਗਨ ਆ ਜਾਂਦੀ ਹੈ। ਕਿਉਂਕਿ ਜਿਹੜਾ ਰੱਖਿਆ ਚੱਕਰ ਰੋਮ ਰੋਮ ਦਾ ਤੇ ਸ਼ਬਦ ਦਾ ਰੱਖੇ ਚੱਕਰ, ਸ਼ਬਦ ਦਾ ਰੱਖਿਆ ਚੱਕਰ ਜਿਹੜਾ ਇਹ ਪ੍ਰਕਾਸ਼ ਤੱਕ ਲੈ ਕੇ ਜਾਂਦੇ, ਇਸ ਨੂੰ ਦਰਸ਼ਨ ਵੀ ਹੁੰਦੇ। ਇਹ ਨਾਮ ਨੂੰ ਸੁਣਦਿਆਂ ਹੋਇਆਂ ਰੱਖਿਆ ਚੱਕਰ ਦੇ ਕਾਰਨ ਉਹ ਜਿਹੜੀ ਜਠਰ ਅਗਨੀ ਹੈ, ਜਿੱਥੇ ਖਾਦਾ ਪੀਤਾ 24 ਘੰਟਿਆਂ ਵਿੱਚ ਭਸਮ ਹੋ ਜਾਂਦਾ ਹੈ, ਵਿਸ਼ਟਾ ਬਣ ਕੇ ਨਿਕਲ ਜਾਂਦਾ ਹੈ, ਉਸ ਜਠਰ ਅਗਨੀ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਚੌਗਿਰਦ ਹਮਾਰੇ ਰਾਮ ਕਾ ਦੁੱਖ ਲਗੇ ਨਾ ਪਾਏ, ਤਾਤੀ ਵਾਵ ਨਾ ਲੱਗੇ। ਮਹਾਰਾਜ ਕਹਿੰਦੇ ਬਿਲਾਵਲ ਮਹੱਲਾ 5ਵਾਂ, ਇੱਥੇ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ ਪਰਮਾਤਮਾ ਨੇ। ਪਰ ਜਿਸ ਵੇਲੇ ਅਗਨ ਦਾ ਭਾਂਬੜ ਮਚਿਆ, ਇਹ ਪੱਕੇ ਤੋਂ ਕੱਚਾ ਕੀਤਾ ਪਈ, ਇਸ ਤਰ੍ਹਾਂ ਤੜਫਣ ਲੱਗਾ ਜੀਵ। ਫਿਰ ਤੇ ਮਾਤਾ ਨੇ ਆਖਿਆ ਵੀ ਪੇਟ ਵਿੱਚ ਲੱਤ ਮਾਰਦਾ ਹੈ, ਪਰ ਉਹ ਜਦੋਂ ਸ਼ਬਦ ਨਾਲੋਂ ਤੋੜਿਆ ਪਈ ਜੈਸੀ ਅਗਨ ਉਦਰ ਮੇ ਤੈਸੀ ਬਾਰ ਮਾਇਆ। ਜਿਸ ਤਰ੍ਹਾਂ ਹੁਣ ਇਹ ਭਾਂਬੜ ਮਚੇ, ਤੈਨੂੰ ਕਿੰਨੀ ਤਕਲੀਫ ਹੋਈ, ਇਹ ਨਾਮ ਦੇ ਸਹਾਰੇ ਤੂੰ ਇਹ ਸੁੱਖ ਲੈ ਰਿਹਾ ਹੈ ਜੋ ਮੈਨੂੰ ਦੇਖ ਰਿਹਾ ਹੈ। ਬਾਹਰ ਵੀ ਇਹੋ ਜਿਹੀ ਅਗਨ ਹੈ, ਜੈਸੀ ਅਗਨ ਉਦਰ ਮੇ ਤੈਸੀ ਬਾਰ ਮਾਇਆ, ਬਾਹਰ ਵੀ ਉਹੋ ਜਿਹੀ ਜਠਰ ਅਗਨ ਹੈ। ਮਾਇਆ ਅਗਨ ਸਭ ਇੱਕੋ ਜਿਹੀ। ਕਹਿੰਦੇ ਮਾਇਆ ਦਾ ਨਾਮ ਭਾਵੇਂ ਕਹਿ ਦਿੱਤਾ, ਪਰ ਹੈ ਉਹ ਅਗਨ ਹੀ ਹੈ, ਬਿਕ ਸਾਗਰ ਹੈ, ਅਗਨ ਸਾਗਰ ਹੈ। ਰਜੋ ਗੁਣ ਤਮੋ ਗੁਣ ਨੂੰ ਅਗਨ ਸਾਗਰ ਤੇ ਬਿਕ ਸਾਗਰ ਕਹਿ ਦਿੱਤਾ। ਕਹਿੰਦੇ ਇੱਥੇ ਸੁਖ ਦੀਆਂ ਲਹਿਰਾਂ ਵੀ ਹਨ ਸਤੋ ਗੁਣੀ, ਤੇ ਅਗਨ ਦੀਆਂ ਲਹਿਰਾਂ ਵੀ, ਤੇ ਜ਼ਹਿਰ ਦੀਆਂ ਲਹਿਰਾਂ ਵੀ ਹਨ। ਤੇ ਕਹਿੰਦੇ ਇਸੇ ਤਰ੍ਹਾਂ ਫਿਰ ਇਹ ਜਿਹੜਾ ਤਿੰਨ ਇਕੱਠੇ ਹੋ ਕੇ ਭਵ ਸਾਗਰ ਇਹਦੇ ਵਿੱਚ ਤੋਂ ਪਿਆ ਹੈ, ਤੇ ਬਾਹਰ ਵੀ ਇਹ ਮਾਇਆ ਦਾ ਭਵ ਸਾਗਰ ਹੈ। ਇਸ ਕਰਕੇ ਤੈਨੂੰ ਕੱਚਾ ਪੱਕਾ ਕੀਤਾ ਜਾਂਦਾ ਹੈ। ਤੋ ਇਸ ਤਰ੍ਹਾਂ ਸਾਡਾ ਜਨਮ ਜਿਹੜਾ ਫਿਰ ਇਸ ਗਰਭ ਦੇ ਵਿੱਚ, ਮਾਤਾ ਦੇ ਗਰਭ ਤੋਂ ਨਿਕਲ ਕੇ ਮਾਇਆ ਦੇ ਘਰ ਵਿੱਚ ਫਿਰ ਸਾਡਾ ਜਨਮ ਹੋ ਗਿਆ। ਕਾਲ ਔਰ ਮਾਇਆ ਇੱਕੋ ਹੀ ਖੇਲ ਹੈ, ਜਿਹੜਾ ਸਮੇਂ ਦੇ ਵਿੱਚ ਸਾਨੂੰ ਸਵਾਸਾਂ ਦਾ ਧਨ ਦੇ ਕੇ ਇੱਥੇ ਭੇਜਿਆ ਗਿਆ। ਸ਼ਬਦ ਨਾਲੋਂ ਲਿਵ ਤੋੜਤੀ, ਰੋਜ਼
5-4 ਦਿਨਾਂ ਵਿੱਚ ਇੱਕ ਅੱਧੀ ਵਾਰੀ ਤੋੜਦੇ, 9 ਮਹੀਨਿਆਂ ਤੱਕ ਇਹ ਲਿਵ ਜੁੜਦੀ ਫਿਰ ਟੁੱਟਦੀ, ਕੱਚਾ ਪੱਕਾ ਕਰੀ ਜਾਂਦੇ ਭਈ ਇਹ ਟ੍ਰੇਨਿੰਗ ਹੈ, ਭਈ ਇਹਦੇ ਵਿੱਚ ਸੰਭਲ ਕੇ। ਇਸੇ ਤਰ੍ਹਾਂ ਬਾਹਰ ਵੀ ਇਹ ਅਗਨ ਦੇ ਭਾਂਬੜ ਮਚਣਗੇ। ਤੇ ਮਾਇਆ ਵਿੱਚ ਜਦੋਂ ਬਾਹਰ ਆਇਆ, ਸੇਕ ਲੱਗਿਆ, ਜਿਸ ਤਰ੍ਹਾਂ ਏਸੀ ਵਿੱਚੋਂ ਕੋਈ ਨਿਕਲੇ ਤੇ ਬਾਹਰ ਨਿਕਲੇ 50 ਡਿਗਰੀ ਟੈਂਪਰੇਚਰ ਹੋਵੇ ਤੇ ਦੀਵਾਰਾਂ ਤੇ ਹੱਥ ਰੱਖਦਿਆਂ ਵੀ ਹੱਥ ਸੜਨ ਲੱਗ ਜਾਂਦਾ ਹੈ। ਤੇ ਉਹ ਕਹਿੰਦਾ ਵੀ ਫਟਾਫਟ ਆਪਣਾ ਟਾਇਲਟ ਜਾਂ ਜੋ ਵੀ ਕਰਨਾ ਕਰਕੇ ਮੁੜ ਕੇ ਏਸੀ ਵਿੱਚ ਆ ਜਾਈਏ, ਇੱਥੇ ਤਾਂ ਸੜ ਜਾਾਂਗੇ ਆਪਾਂ, ਇਹ ਲੂ ਦੇ ਨਾਲ ਚਮੜੀ ਸੜ ਜਾਏਗੀ। ਇਸੇ ਤਰ੍ਹਾਂ ਜਿਸ ਤਰ੍ਹਾਂ ਬੱਚਾ ਇਸ ਸ਼ਬਦ ਦੇ ਉਸ ਪ੍ਰਕਾਸ਼ ਦੇ ਠੰਡਕ ਦੇ ਵਿੱਚੋਂ ਜਦੋਂ ਬਾਹਰ ਆਇਆ, ਲਿਵ ਜਦੋਂ ਤੋੜ ਦਿੱਤੀ ਗਈ, ਕਨੈਕਸ਼ਨ ਕੱਟ ਦਿੱਤਾ ਗਿਆ, ਇਹ ਸੂਖਮ ਨੂੰ ਤੋੜ ਕੇ ਅਸਥੂਲ ਦੇ ਨਾਲ ਜੋੜ ਦਿੱਤਾ ਗਿਆ। ਸੂਖਮ ਅਸਥੂਲ ਦੀ ਗੰਢ ਮਾਰ ਦਿੱਤੀ ਗਈ ਨਾਭ ਘਾਟ ਤੇ, ਮਾਤਾ ਦੇ ਨਾਲੋਂ ਜਿੱਥੇ ਇਹਦਾ ਜੁੜਿਆ ਹੋਇਆ ਕਨੈਕਸ਼ਨ ਸੀ ਉਹ ਨਾੜੂਆ ਕੱਟ ਦਿੱਤਾ ਗਿਆ। ਤੇ ਉਸ ਵੇਲੇ ਫਿਰ ਜਦੋਂ ਸੰਸਾਰ ਦੇ ਵਿੱਚ ਇਹ ਮਾਇਆ ਦਾ ਜਿਹੜਾ ਸੇਕਾ ਜਦੋਂ ਲੱਗਿਆ, ਉਹ ਪ੍ਰਕਾਸ਼ ਭੁੱਲ ਗਿਆ, ਦਿਖਣਾ ਭੁੱਲ ਗਿਆ, ਸ਼ਬਦ ਸੁਣਨਾ ਭੁੱਲ ਗਿਆ, ਗੁਪਤ ਹੋ ਗਿਆ ਨਾਮ। ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਕਲਯੁਗ ਦੇ ਵਿੱਚ ਗੁਪਤ ਹੋ ਗਿਆ ਨਾਮ। ਤੇ ਮਹਾਰਾਜ ਕਹਿੰਦੇ ਹੁਣ ਤੈਨੂੰ ਸਾਰੀ ਟ੍ਰੇਨਿੰਗ ਦਿੱਤੀ, ਇਹਨੂੰ ਖੋਜਣਾ, ਇਹਨੂੰ ਲੱਭਣਾ, ਇਹ ਹੁਣ ਤੇਰਾ ਕੰਮ ਹੈ। ਤੇ ਫਿਰ ਜਦੋਂ ਇਸ ਸੰਸਾਰ ਦੇ ਵਿੱਚ ਆ ਕੇ ਮਾਇਆ ਦੇ ਨਾਲ ਅੱਗੇ ਕਿਸ ਤਰ੍ਹਾਂ ਜਨਮ ਹੋਇਆ, ਕਿਸ ਤਰ੍ਹਾਂ ਕੋਈ ਦੁੱਧ ਲਿਆਇਆ, ਕੋਈ ਸ਼ਹਿਦ ਲਿਆਇਆ, ਭੁੱਖ ਲੱਗੀ ਹੈ, ਬੱਚਾ ਰੋ ਰਿਹਾ ਹੈ, ਪਰ ਉਹ ਤਾਂ ਵਿਛੋੜੇ ਦਾ ਦੁੱਖ ਕਰਕੇ ਰੋ ਰਿਹਾ, ਹਲੇ ਨਵਾਂ ਨਵਾਂ ਵਿਛੋੜਾ ਹੋਇਆ। 4-6 ਮਹੀਨੇ ਮਾਲਕ ਫਿਰ ਦਰਸ਼ਨ ਦਿੰਦਾ ਰਹਿੰਦਾ ਹੈ, ਕਦੀ ਬੁੱਲੀਆਂ ਕੱਢ ਕੇ ਰੋਣ ਲੱਗਦਾ ਹੈ, ਕਦੀ ਆਪਣੇ ਆਪ ਹੀ ਦੇਖੀ ਜਾਂਦਾ ਹੈ, ਪ੍ਰਕਾਸ਼ ਹੁੰਦਾ, ਲੱਤਾਂ ਮਾਰਦਾ, ਖੁਸ਼ ਹੁੰਦਾ, ਸ਼ਬਦ ਸੁਣਨੇ ਸ਼ੁਰੂ ਹੋ ਜਾਂਦੇ, ਕਹਿੰਦੇ ਆਹਾ ਠੰਡ ਪੈ ਗਈ। ਫਿਰ ਜਦੋਂ ਸ਼ਬਦ ਲੁਪਤ ਹੋ ਜਾਂਦੇ, ਫਿਰ ਆਪਣੇ ਬੁੱਲ ਕੱਢ ਕੇ ਰੋਣ ਲੱਗਦਾ ਹੈ। ਫਿਰ ਸੰਸਾਰ ਨੇ, ਮਾਇਆ ਨੇ, ਕਿਸੇ ਨੇ ਦੁੱਧ ਦਿੱਤਾ, ਕਿਸੇ ਨੇ ਮਿੱਠਾ ਦਿੱਤਾ, ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਫਿਰ ਸ਼ੁੱਧ ਹੋਏ, ਮਾਂ ਬਾਪ ਦਾ ਧਿਆਨ ਆਉਣ ਲੱਗਾ ਭਈ ਇਹ ਰੋਜ਼ ਗੋਦ ਵਿੱਚ ਬਿਠਾਉਂਦੇ ਹਨ, ਖਿਲਾਉਂਦੇ ਹਨ, ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ। ਸਾਡਾ ਕਸੂਰ ਨਹੀਂ, ਸਾਰਾ ਸੰਸਾਰ ਹੀ ਫਿਰ ਰਾਤ ਦਿਨ ਦੇ ਖੇਲ ਵਿੱਚ ਫਸ ਜਾਂਦਾ ਹੈ। ਗੁਰਮੁਖੋ, ਕੱਲ ਦੀ ਕਥਾ ਰਿਕਾਰਡਿੰਗ ਮੈਨੂੰ ਥੋੜੀ ਜਿਹੀ ਹੁਣ ਮੈਂ ਸਰਵਣ ਕੀਤੀ ਹੈ, ਤੇ ਗੁਰਮੁਖ ਜਨ ਜਿਹੜੇ ਸੇਵਾ ਕਰਦੇ ਹਨ, ਭੈਣਾਂ ਵੀਰ ਜੋ ਵੀ ਇਹ ਸੇਵਾ ਲੈਂਦੇ ਹਨ, ਕਿਉਂਕਿ ਸਤਿਗੁਰ ਆਪ ਹੀ ਆਪਣੀ ਸੇਵਾ ਆਪਣੀ ਸੰਗਤ ਪਾਸੋਂ ਲੈ ਲੈਂਦਾ ਹੈ, ਕਿਉਂਕਿ ਸੰਗਤ ਵੀ ਬਹੁਤ ਤਰ੍ਹਾਂ ਦੀ ਹੈ। ਪਰ ਜਿੱਥੇ ਨਾਮ ਦੀ ਗੱਲ ਹੋਵੇ, ਜਿੱਥੇ ਖਜ਼ਾਨੇ ਦੀ ਗੱਲ ਹੋਵੇ, ਮਾਇਆ ਦੀ ਗੱਲ ਹੋਵੇ, ਕੋਈ ਡੋਨੇਸ਼ਨ ਦਿਓ, ਗੁਰੂ ਘਰ ਬਣਾਉਣਾ ਹੈ, ਇਹ ਕਾਰਜ ਕਰਨੇ ਹਨ, ਉਹ ਕਾਰਜ ਕਰਨੇ ਹਨ, ਜਿੱਥੇ ਲੜਾਈ ਝਗੜਾ ਪੈਦਾ ਹੋ ਜਾਏ, ਪੈਸੇ ਦਾ ਵਾਦ ਵਿਵਾਦ ਖੜਾ ਹੋ ਜਾਏ, ਉਹ ਸੰਗਤ ਫਿਰ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ। ਪਰ ਜਿੱਥੇ ਮਹਾਰਾਜ ਕਹਿੰਦੇ ਸੱਚੀ ਸੰਗਤ ਕਿਸ ਤਰ੍ਹਾਂ ਦੀ ਜਾਣੋਗੇ, ਕਿਸ ਤਰ੍ਹਾਂ ਪਛਾਣੋਗੇ, ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਨੀ, ਜਿੱਥੇ ਇੱਕੋ ਨਾਮ ਵਖਾਣੀ, ਇੱਕ ਨਾਮ ਦੀ ਗੱਲ। ਮਹਾਰਾਜ ਕਹਿੰਦੇ ਸਤਿਗੁਰ ਕੇ ਘਰ ਕੇਵਲ ਨਾਮ, ਹੋਰ ਕੋਈ ਚੀਜ਼ ਨਹੀਂ ਰੱਖੀ ਆਪਣੇ ਕੋਲ ਦਾਤੇ ਨੇ। ਕਹਿੰਦੇ ਖੰਡ ਪਤਾਲ ਦੀਪ ਸਭ ਲੋਆ, ਕਾਲੇ ਵਸ ਆਪ ਪ੍ਰਭ ਕੀਆ। ਕਹਿੰਦੇ ਮੈਂ ਦੇ ਛੱਡਿਆ ਸਭ ਕੁਝ, ਇਹ ਸਾਰਾ ਕੁਝ ਤੁਹਾਡਾ ਮਸਤਕ ਦੇ ਉੱਤੇ ਲਿਖਿਆ। ਪਹਿਲੋਂ ਦਿਨ ਦਾ ਰਿਜਕ ਉਪਾਹ, ਪਿੱਛੋਂ ਦਿਨ ਦਾ ਜੰਤ ਉਪਾਹ। ਇਹ ਜੰਤ ਜਿਹੜਾ ਜੀਵ ਬਾਅਦ ਚ ਆਉਂਦਾ ਹੈ, ਪਹਿਲੇ ਉਸ ਦਾ ਰਿਜਕ ਲਿਖਿਆ ਜਾਂਦਾ, ਤੇ ਨਾਲ ਫਿਰ ਉਸ ਖਜ਼ਾਨੇ ਦੇ ਨਕਸ਼ਾ ਜਿੱਥੇ ਬਣਿਆ, ਇਹ ਸਰੀਰ ਦਾ ਸਾਡਾ ਜਿਹੜਾ ਪਿੰਡ ਹੈ, ਇਹ ਨਗਰ ਹੈ, ਇਹ ਦੇਸ਼ ਹੈ, ਇਹ ਖੰਡ ਹੈ, 9ਵਾਂ ਖੰਡ ਸਰੀਰ, 7 ਖੰਡ ਆਲੇ ਦੁਆਲੇ, 8ਵੀਂ ਸਾਡੀ ਧਰਤੀ, ਤੇ 9ਵਾਂ ਖੰਡ ਸਰੀਰ। ਸੰਡੇ ਮੰਡੇ ਟਿਊਜ਼ਡੇ ਜੋ ਅਸੀਂ ਕਹਿੰਦੇ, ਬੁੱਧ ਗ੍ਰਹਿ, ਵੀਰ ਗ੍ਰਹਿ, ਸ਼ੁਕਰ ਗ੍ਰਹਿ, ਸ਼ਨੀ ਗ੍ਰਹਿ, ਤੇ ਸਨ, ਤੇ ਜਿਹੜਾ ਮੰਡੇ ਹੈ ਇਸਨੂੰ ਚੰਦਰਮਾ, ਇਹ ਸਾਡੇ ਲਾਗੇ ਦੇ ਜਿਹੜੇ ਗ੍ਰਹਿ ਉਹਨਾਂ ਦੇ ਨਾਮ ਬਣਾ ਕੇ ਦਿੱਤੇ ਹੋਏ। ਤੇ ਮਹਾਰਾਜ ਕਹਿੰਦੇ 8ਵੀਂ ਸਾਡੀ ਧਰਤੀ ਤੇ 9ਵਾਂ ਖੰਡ ਸਰੀਰ, 9ਵੀਂ ਧਰਤੀ ਸਾਡਾ ਸਰੀਰ ਹੈ, ਤੇ ਇਸ ਵਿੱਚ 9 ਦਾ ਨਾਮ ਹੈ ਭਾਲੇ ਗੁਣੀ ਗਹੀਰ। ਕਹਿੰਦੇ ਇਹਦੇ ਵਿੱਚ ਇੱਕ ਨਾਮ ਵੀ ਹੈ, ਇਹ ਕਿੱਥੇ ਰੱਖਿਆ ਹੈ,
ਤੇ ਫਿਰ ਮਹਾਰਾਜ ਕਹਿੰਦੇ ਇਸ ਨਕਸ਼ੇ ਦਾ ਸਹਾਰਾ ਇਹ ਸਾਡਾ ਬ੍ਰਹਿਮੰਡ ਦਾ ਨਕਸ਼ਾ ਹੈ, ਜਿਹੜਾ ਸਾਡਾ ਸਰੀਰ। ਤੇ ਸਾਡੇ ਮਸਤਕ ਦੇ ਉੱਤੇ ਮਹਾਰਾਜ ਜੀ ਕਹਿੰਦੇ ਇੱਥੇ ਵੀ ਕੁਝ ਲਿਖਿਆ ਹੈ, ਜਿਸ ਨੂੰ ਮਹਾਰਾਜ ਕਹਿੰਦੇ ਲੇਖ ਨਾ ਮਿਟੀ ਇਹ ਸਿੱਖੀ ਇਹ ਸਖੀ, ਜੋ ਲਿਖਿਆ ਕਰਤਾਰ। ਕਰਤਾਰ ਨੇ ਜੋ ਲੇਖ ਲਿਖੇ ਸਵਾਸਾਂ ਦੇ, ਗਿਣ ਕਾਲੇ ਸਭ ਦਿਵਸਾ, ਬਲ ਨਾ ਬੜਨ ਘਟਨ ਤਿਲ ਸਾਰ। ਇੱਕ ਤਿਲ ਵੀ ਕਹਿੰਦੇ ਸਵਾਸ ਜਿਹੜਾ ਘਟ ਨਹੀਂ ਸਕਦਾ ਤੇ ਨਾ ਵੱਧ ਸਕਦਾ। ਇਹ ਗਿਣ ਕੇ ਜਿੱਦਾਂ ਆਪਾਂ ਕਹਿੰਦੇ ਆ 1 2 3 4 ਕਰੋੜਾਂ ਦੇ ਹਿਸਾਬ ਨਾਲ, ਕਰੋੜ ਇੱਕ ਸਵਾਸ ਤੋਂ ਥੋੜੇ ਜਿਹੇ ਘੱਟ ਅਸੀਂ ਲੈਨੇ ਇੱਕ ਸਾਲ ਦੇ ਵਿੱਚ। ਤੇ ਜੇ 100 ਸਾਲ ਦੀ ਆਯੂ ਹੈ ਤੇ ਮੋਟਾ ਮੋਟਾ ਅਸੀਂ ਜਾਣ ਲਈ ਵੀ 100 ਕਰੋੜ ਸਵਾਸ ਲੈ ਕੇ ਅਸੀਂ ਆਏ, ਜੇ 100 ਸਾਲ ਦੀ ਸਾਡਾ ਜੀਵਨ ਹੈ। ਤੇ ਜਿਨ੍ਹਾਂ ਦਾ 50 ਸਾਲ ਹੋ ਗਿਆ ਉਹਨਾਂ ਦੇ 50 ਕਰੋੜ ਜਿਹੜੇ ਸਵਾਸ ਖਤਮ ਹੋ ਗਏ, 50 ਕਰੋੜ ਬਾਕੀ ਬਚ ਗਏ। ਹੁਣ ਇਸ ਤਰ੍ਹਾਂ ਸਵਾਸਾਂ ਨੂੰ ਅਸੀਂ ਸੰਭਾਲਣਾ, ਕਿਉਂਕਿ ਇਹ ਆਯੂ ਦਾ ਸਾਡੇ ਸਰੀਰ ਦਾ ਨਹੀਂ, ਇਹ ਸਵਾਸਾਂ ਦੀ ਪੂੰਜੀ ਹੈ। ਜਿੰਨੇ ਕੁ ਸਵਾਸ ਹਨ ਉਸ ਤੋਂ ਇੱਕ ਵੀ ਵੱਧ ਘੱਟ ਨਹੀਂ ਹੋ ਸਕਦਾ। ਆਯੂ ਲੰਬੀ ਹੋ ਸਕਦੀ ਹੈ, ਪ੍ਰਾਣਾਯਾਮ ਨਾਲ ਸਵਾਸਾਂ ਨੂੰ ਰੋਕ ਕੇ ਵੱਡਾ ਕੀਤਾ ਜਾ ਸਕਦਾ ਹੈ, ਪਰ ਮਹਾਰਾਜ ਕਹਿੰਦੇ ਇਸ ਸਵਾਸਾਂ ਨੂੰ ਵਧਾਇਆ ਨਹੀਂ ਜਾ ਸਕਦਾ। ਇੱਕ ਤਿਲ ਵੀ ਮਹਾਰਾਜ ਕਹਿੰਦੇ ਭਈ ਇਹ ਘੱਟ ਵੱਧ ਨਹੀਂ ਸਕਦਾ, ਭਈ ਇਹ ਪਰਮਾਤਮਾ ਦਾ ਹੁਕਮ ਹੈ। ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਜਦੋਂ ਸੱਦਾ ਆਣਾ ਤੇ ਇਹਨਾਂ ਨੇ ਆ ਜਾਣਾ। ਇਹ ਬਾਹਰ ਵੀ ਹਨ ਤੇ ਅੰਦਰ ਵੀ ਹਨ। ਪੰਜ ਦੂਤ ਚਿਤ ਵੇ ਵਿਕਾਰਾ, ਮਾਇਆ ਮੋਹ ਕਾਏ ਪਸਾਰਾ। ਕਾਲ ਪੰਜ ਦੂਤ ਇਹ ਐਵੇਂ ਗੱਲਾਂ ਨਹੀਂ। ਗੁਰਮੁਖ ਪਿਆਰਿਓ, ਜਦੋਂ ਇਹ ਮਨ ਦੀ ਜੋਤ ਪ੍ਰਗਟ ਹੋਏਗੀ ਆਪ ਜੀ ਦੇ, ਤੁਹਾਨੂੰ ਸਭ ਪਤਾ ਲੱਗ ਜਾਏਗਾ ਭਈ ਉਹ ਜਿਹੜੀ ਕਾਲ ਦੀ ਫੌਜ ਹੈ ਉਹ ਕਿੱਥੇ ਹੈ, ਇਹ ਪੰਜ ਦੂਤ ਕਿਹੜੇ ਹਨ। ਇਹ ਸਾਰਾ ਕੁਝ ਪ੍ਰੈਕਟੀਕਲ ਦੇ ਵਿੱਚ ਆ ਜਾਏਗਾ। ਇਹ ਕੇਵਲ ਬਾਣੀ ਵਿੱਚ ਲਿਖਿਆ ਨਹੀਂ ਹੋਇਆ, ਅਸੀਂ ਵੀ ਕੇਵਲ ਪੜ੍ਹਿਆ ਹੀ ਸੀ ਤੇ ਵਿਚਾਰਿਆ ਸੀ। ਜਿਉਂ-ਜਿਉਂ ਪ੍ਰੈਕਟੀਕਲ ਹੁੰਦਾ ਗਿਆ ਫਿਰ ਇਹ ਮਹਾਰਾਜ ਜੀ ਨੇ ਦਰਸਾਇਆ ਵੀ ਇਹ ਮੁਕਤ ਹਨ, ਇਹ ਸੁਨ ਸਮਾਧੀਆਂ ਵਿੱਚ ਹਨ, ਇਹ ਨਾਮ ਵੀ ਸਮਾਏ ਹਨ, ਇਹ ਪ੍ਰਕਾਸ਼ ਵੀ ਸਮਾਏ ਹਨ। ਅਲੱਗ-ਅਲੱਗ ਤਰ੍ਹਾਂ ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ ਹੋਇਆ। ਕਈ ਕਰੋੜ ਬੈਠਤ ਹੀ ਖਾਏ, ਕਈ ਕੋੜ ਕਾਲੇ ਥਕ ਪਾਏ। ਇਸ ਤਰ੍ਹਾਂ ਮਹਾਰਾਜ ਜੀ ਨੇ ਦੱਸਿਆ ਕਰੋੜਾਂ ਹੀ ਜਿਹੜੇ ਗੱਲ ਵੱਡ ਹੱਥਿਆ ਕਮਾਏ। ਅਸੰਖ ਪਾਪੀ, ਕਰੋੜਾਂ ਤੋਂ ਅੱਗੇ ਫਿਰ ਅਸੰਖ, ਅਰਬਾਂ ਤੋਂ ਬਾਅਦ ਫਿਰ ਅਸੰਖਾਂ ਦੀ ਗਿਣਤੀ ਆ ਜਾਂਦੀ। ਅਸੰਖ ਪਾਪੀ ਪਾਪ ਕਮਾਏ, ਅਸੰਖ ਕੂੜਿਆਰ ਕੂੜੇ, ਅਸੰਖ ਮਲੇਸ਼ ਮਲ ਭੱਖ ਖਾਏ। ਕਹਿੰਦੇ ਗੰਦਗੀ ਖਾਈ ਜਾ ਰਹੇ ਅਸੰਖਾਂ ਹੀ। ਅਸੰਖ ਨਿੰਦਕ ਸਿਰ ਕਰੇ ਪਾਰ। ਇਸ ਤਰ੍ਹਾਂ ਮਹਾਰਾਜ ਜੀ ਨੇ ਜਿੱਥੇ ਇਹ ਦੱਸਿਆ ਉੱਥੇ ਫਿਰ ਅਸੰਖਾਂ ਇਹ ਵੀ ਦੱਸੇ ਭਈ ਨਾਮ ਵਿੱਚ ਵੀ ਸਮਾਏ, ਸੁਣ ਸਮਾਧੀਆਂ ਵਿੱਚ ਵੀ, ਦੇਵਲੋਕ ਵਿੱਚ ਵੀ ਬੈਠੇ। ਬਾਣੀ ਨੂੰ ਜਿਸ ਤਰ੍ਹਾਂ ਅਸੀਂ ਵਿਚਾਰਦੇ ਹਾਂ, ਪਿਆਰ ਨਾਲ ਪੜ੍ਹਦੇ ਹਾਂ, ਜੋ ਜੋ ਪੁੱਛਦੇ ਹਾਂ, ਜੋ ਜੋ ਮੰਗਦੇ ਹਾਂ, ਜੋ ਜੋ ਇੱਛਾ ਧਰਦੇ ਹਾਂ, ਇੱਛਾ ਪੂਰਖ ਸਰਬ ਸੁਖ ਦਾਤਾ, ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ, ਇੱਕ ਨਹੀਂ ਦੋ ਨਹੀਂ ਸਾਰੇ ਸੁਖ, ਸਰਬ ਸੁਖ ਪਾਵੇ ਮੇਰੇ ਮਨਾ। ਇਹ ਮਨੁਆ ਜਿਹੜਾ ਸਾਡਾ, ਇਸ ਨੂੰ ਸਾਰੇ ਸੁਖ ਫਿਰ ਪਰਮਾਤਮਾ ਦੇ ਦਿੰਦਾ ਹੈ। ਪਰ ਸਭ ਤੋਂ ਸ੍ਰੇਸ਼ਟ ਸੁਖ ਹੈ ਜਿਹੜਾ ਉਹ ਪਰਮ ਆਨੰਦ ਦੀ ਪ੍ਰਾਪਤੀ ਹੈ, ਸੱਚ ਚਿੱਤ ਆਨੰਦ। ਇਹ ਪਰਮਾਤਮਾ ਦਾ ਸਰੂਪ ਜਦੋਂ ਅਸੀਂ ਹੋ ਜਾਂਦੇ ਹਾਂ ਫਿਰ ਉਹ ਸਮਾਧੀ ਦੇ ਵਿੱਚ ਬੈਠ ਕੇ ਉਹ ਆਨੰਦ ਪ੍ਰਾਪਤੀ ਹੁੰਦੀ ਤੇ ਬਾਕੀ ਦਾ ਜੀਵਨ ਜਿਹੜਾ ਹੈ ਫਿਰ ਉਹ ਇਸ ਆਨੰਦ ਦੇ ਵਿੱਚ ਬਤੀਤ ਹੁੰਦਾ, ਸੁਖ ਮਿਲਦਾ ਹੈ। ਤੇ ਮਹਾਰਾਜ ਕਹਿੰਦੇ ਭਜਨ ਤੋਂ ਮਿਲਿਆ ਸੁਖ, ਨਾ ਹੀ ਰੇ ਹਰ ਭਜਨ ਬਿਨਾ। ਜਿਹੜਾ ਸੁਖ ਅਸੀਂ ਮਾਇਆ ਦਾ ਦੇਖਦੇ ਹਾਂ ਇਹ 4 ਦਿਨਾਂ ਦਾ ਸੁਖ ਹੈ। ਇਸ ਸੁਖ ਦੇ ਵਿੱਚ ਨਾਲ ਦੁੱਖ ਵੀ ਹੈ। ਇਹ ਕੱਪੜਿਆਂ ਵਾਂਗਰ, ਜਿਸ ਤਰ੍ਹਾਂ ਮੈਲੇ ਕੱਪੜੇ ਪਾਏ ਫਿਰ ਉਹ ਮੈਲੇ ਹੋ ਗਏ, ਫਿਰ ਨਵੇਂ ਪਾ ਲਏ, ਤੇ ਚੰਗੇ ਮਾੜੇ ਕੱਪੜੇ ਪਾਉਂਦੇ ਹਨ ਜਿਸ ਤਰ੍ਹਾਂ, ਇਸ ਤਰ੍ਹਾਂ ਮਹਾਰਾਜ ਕਹਿੰਦੇ ਸੁਖ ਦੁੱਖ ਦੋਨੋਂ ਕੱਪੜੇ, 2 ਤਰ੍ਹਾਂ ਦੇ ਕੱਪੜੇ ਹਨ, ਸੁਖ ਔਰ ਦੁੱਖ ਦੇ। ਪਹਿਰੇ ਜਾਏ ਮਨੁੱਖ, ਇਹ ਮਨੁੱਖ ਨੂੰ ਪਾਣੇ ਹੀ ਪੈਂਦੇ ਹਨ, ਕਿਉਂਕਿ ਸੁੱਖ ਦੇ ਨਾਲ ਹੀ ਦੁੱਖ ਖੜਾ ਹੈ। ਦੁੱਖ ਜਦੋਂ ਬਹੁਤਾ ਹੋ ਜਾਂਦਾ ਫਿਰ ਸੁੱਖ ਪ੍ਰਾਪਤ ਹੋ ਜਾਂਦਾ ਹੈ। ਇੱਕ ਸਾਈਕਲ ਦੀ ਤਰ੍ਹਾਂ ਹੈ, ਇੱਕ ਪਹੀਏ ਦੀ ਤਰ੍ਹਾਂ ਹੈ। ਜਿਸ ਤਰ੍ਹਾਂ 1 ਤੇ ਘੜੀ ਆਈ ਹੈ ਫਿਰ 2 ਤੇ ਆਏਗੀ, ਫਿਰ ਉਹ 12 ਤੇ ਵੀ ਜਾਏਗੀ, ਫਿਰ ਡਾਊਨਫਾਲ ਸ਼ੁਰੂ ਹੋ ਜਾਂਦਾ। ਜੀਵਨ ਦੀ ਇੱਕ ਘੜੀ, ਸਾਡਾ ਇਹ ਚੱਕਰ ਜਿਹੜਾ ਹੈ ਚੱਲੀ ਜਾਂਦਾ ਹੈ।
ਕਿਉਂਕਿ ਇਹ ਕਰਮਾਂ ਦਾ ਖੇਤ ਹੈ ਤੇ ਮੱਥੇ ਉੱਤੇ ਸਾਡੇ ਲੇਖ ਲਿਖੇ ਹੋਏ ਹਨ। ਤੇ ਮਹਾਰਾਜ ਕਹਿੰਦੇ ਮੱਥੇ ਤੇ ਇੱਕ ਹੋਰ ਵੀ ਗੱਲ ਲਿਖੀ ਹੈ, ਸਤਨਾਮ। ਉੱਤੇ ਲਿਖਿਆ ਮੱਥੇ ਤੇ ਕਰਤਾ ਪੁਰਖ, ਸਤਨਾਮ ਕਰਤਾ ਪੁਰਖ, ਇਹ ਰਤਨਾ ਖਾਨੀ, ਇਹ ਰਤਨਾ ਦੀ ਖਾਨ ਹੈ। ਇਹਦੇ ਪਿੱਛੇ ਮਸਤਕ ਦੇ ਪਿੱਛੇ ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਨੀ। ਸਤਨਾਮ ਕਰਤਾ ਪੁਰਖ, ਇਹ ਰਤਨਾ ਖਾਨੀ, ਰਤਨਾ ਦੀ ਖਾਨ ਹੈ। ਤੇ ਕਹਿੰਦੇ ਇਹਦੇ ਉੱਤੇ ਲਿਖਿਆ ਹੋਇਆ ਮਸਤਕ ਹੋਵੇ ਲਿਖਿਆ ਹਰ ਸਿਮਰ। ਕਹਿੰਦੇ ਉਹਦੇ ਮਸਤਕ ਤੇ ਲਿਖਿਆ ਵੀ ਇਹ ਬੰਦਾ ਸਿਮਰੇਗਾ, ਇਸ ਦੇ ਭਾਗ ਜਾਗਣਗੇ। ਸਮਾਂ ਜਦੋਂ ਆਉਂਦਾ ਹੈ ਮਨੁੱਖ ਦੇ ਭਾਗ ਜਾਗ ਜਾਂਦੇ ਹਨ, ਪਿਛਲੀ ਕਮਾਈ ਨਾਲ ਜੁੜ ਜਾਂਦੀ ਹੈ। ਕੋਈ 5 ਸਾਲ ਦੇ ਬੱਚੇ ਦੇ ਨਾਲ ਸੰਜੋਗ ਜੁੜ ਜਾਂਦਾ ਹੈ, ਕੋਈ 70 ਸਾਲ ਦਾ ਬਜ਼ੁਰਗ ਹੈ। ਇਹ ਆਪਸ ਵਿੱਚ ਗੁਰਮੁਖਾਂ ਦਾ ਮੇਲ ਕਦੋਂ ਹੋਣਾ, ਇਹ ਅਕਾਲ ਪੁਰਖ ਨੂੰ ਪਤਾ ਹੈ। ਸੰਜੋਗ ਵਿਜੋਗ ਤੋਂ ਹੀ ਹੋਇਆ ਹੈ। ਤੇ ਪੰਜ ਤਤ ਕਾ ਪੁਤਲਾ ਕੀ ਹੈ, ਸਾਹੇ ਕੇ ਫਰਮਾਈ ਅੜੇ। ਤੇ ਕਹਿੰਦੇ ਇਹ ਜੀਓ ਆਏ ਪਿਆ ਜਿੱਥੇ ਇਸ ਸਰੀਰ ਵਿੱਚ ਫਿਰੇ ਜੀਓ ਆਂਦਾ, ਜਿੱਥੇ ਅਗਨ ਪੱਖੇ ਪੜਹਾਰੇ ਉਰਦ ਮੁਖ ਮਹਾ ਗੁਬਾਰੇ। ਕਹਿੰਦਾ ਉਲਟਾ ਕਰਕੇ ਇਹ ਟੰਗਿਆ ਹੋਇਆ, ਮੁਖ ਥੱਲੇ ਹੈ ਪੈਰ ਉੱਪਰ ਹਨ। ਇਸ ਤਰ੍ਹਾਂ ਮਹਾਰਾਜ ਬਾਣੀ ਵਿੱਚ ਸਾਨੂੰ ਦੱਸਦੇ ਭਾਈ ਇਹ ਅਗਨ ਦੇ ਵਿੱਚ ਇਹ ਮਨੁੱਖ ਆਏਗਾ, ਫਿਰ ਜਾਏਗਾ, ਕਿੰਨਾ ਚਿਰ ਇਸ ਸੰਸਾਰ ਤੇ ਰਹੇਗਾ, ਇਹ ਸਾਰਾ ਕੁਝ ਲਿਖਿਆ ਹੈ। ਤੋ ਗੁਰੂ ਪਿਆਰਿਓ, ਕੱਲ ਜਿਹੜਾ ਆਪਾਂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੋ ਸਾਡੇ ਕੋਲੋਂ ਵਿਚਾਰ ਮਹਾਰਾਜ ਜੀ ਨੇ ਲਈ, ਉਹ ਆਪ ਜੀ ਨੇ ਸਰਵਨ ਕੀਤਾ ਸੀ। ਆਪਾਂ ਉਸ ਤੋਂ ਥੋੜਾ ਜਿਹਾ ਅੱਗੇ ਚੱਲੀਏ। ਮਹਾਰਾਜ ਜੀ ਦੇ ਅੰਗ ਦੁਬਾਰਾ ਆਪਾਂ ਮੋਟਾ ਜਿੱਥੇ ਤੱਕ ਕੱਲ ਦੱਸਿਆ ਸੀ, ਇੱਕ ਵਾਰੀ ਉਸਨੂੰ ਫਿਰ ਵੱਡੀ ਤਰ੍ਹਾਂ ਸਮਝਾ ਕੇ ਫਿਰ ਆਪਾਂ ਜਿਹੜਾ ਅਗਲਾ ਜਿਹੜਾ ਸਾਡਾ ਇਸ ਸ਼ਬਦ ਦੀ ਵਿਚਾਰ ਥੋੜੀ ਰਹਿ ਗਈ ਸੀ, ਉਹ ਆਪਾਂ ਅੱਜ ਸੰਪੂਰਨ ਕਰੀਏ। ਕਿ ਨਵੇਂ ਗੁਰਮੁਖ ਜੁੜੇ ਹੁੰਦੇ ਹਨ, ਇਸ ਕਰਕੇ ਦੁਬਾਰਾ ਤੋਂ ਆਪਾਂ ਫਿਰ ਉੱਥੋਂ ਹੀ ਸ਼ੁਰੂ ਕਰਦੇ ਹਾਂ। ਇਹ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ। ਆਸਾ ਮਹੱਲਾ ਪਹਿਲਾ, ਅੰਗ 351 ਦੇ ਵਿੱਚ 351 ਦੇ ਵਿੱਚ ਮਹਾਰਾਜ ਜੀ ਨੇ ਜਿਸ ਤਰ੍ਹਾਂ ਕੱਲ ਦੱਸਿਆ, ਕਰ ਕਿਰਪਾ ਆਪਣੇ ਘਰੇ ਆਇਆ ਤਾਂ ਮਿਲ ਸਖੀਏ ਕਾਜ ਰਚਾਇਆ। ਇਹ ਮਨ ਦੀ ਗੱਲ ਸਤਿਗੁਰ ਪਾਤਸ਼ਾਹ ਜੀ ਕਰ ਰਹੇ ਹਨ ਵੀ ਆਪਣੇ ਘਰ ਦੇ ਵਿੱਚ ਇਹ ਮਨ ਜਦੋਂ ਆਉਂਦਾ, ਘਰ ਕਿਹੜਾ ਸਾਡਾ ਥਿਰ ਘਰ, ਵੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰ। ਹਿਰਦੇ ਰੂਪੀ ਜਿਹੜਾ ਸਾਡਾ ਹਿਰਦਾ ਮਨ ਜਦੋਂ ਹਿਰਦਾ ਬਣਦਾ, ਮਨ ਸੁਰਤੀ ਵੀ ਬਣਦਾ, ਮਨ ਹਿਰਦਾ ਵੀ ਬਣਦਾ, ਮਨ ਵਿਵੇਕ ਬੁੱਧ ਵੀ ਹੁੰਦਾ ਹੈ। ਮਨ ਦੇ ਬਹੁਤ ਸਾਰੇ ਜਿਹੜੇ ਕੰਮ ਦੇ ਵਿੱਚ ਲੱਗਦਾ, ਇਸ ਨੂੰ ਉਸੇ ਤਰ੍ਹਾਂ ਹੀ ਇਹਨੂੰ ਆਖਿਆ ਜਾਂਦਾ ਹੈ, ਕਿਹਾ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਨਾਲ ਜਦੋਂ ਮੇਲ ਹੋਇਆ ਇਸ ਮਨ ਦਾ, ਇਹ ਕਹਿੰਦੇ 5 ਸ਼ਬਦ ਧੁਨਾਂ ਵੱਜੀਆਂ, ਅਨਹਦ ਵਾਜੇ, ਵਾਜੇ ਸ਼ਬਦ ਕਨੇਰੇ, ਕਨੇਰੇ ਸ਼ਬਦ ਉੱਥੇ ਵੱਜਣ ਲੱਗੇ ਜਦੋਂ ਦਰ ਤੇ ਪਹੁੰਚੇ। ਸਖੀਆਂ ਨੇ, ਜਿਸ ਨੂੰ ਅਸੀਂ ਕਹਿੰਦੇ ਹਾਂ ਰਾਗ ਰਤਨ ਪਰਿਵਾਰ ਪੜ੍ਹਨਾ, ਸ਼ਬਦ ਗਾਉਣਾ। ਸਖੀਆਂ ਨੇ ਇਹ ਰਾਗ ਔਰ ਰਤਨਾਂ ਦਾ ਜਿਹੜਾ ਪਰਿਵਾਰ ਹੈ ਸਾਡਾ, ਮਿਲ ਕੇ ਇਹਨਾਂ ਨੇ ਮੰਗਲ ਦੇ ਗੀਤ ਗਾਏ। ਮੰਗਲ ਕਹਿੰਦੇ ਖੁਸ਼ੀਆਂ ਦੇ ਗੀਤ ਗਾਏ, ਕਿਉਂਕਿ ਇਹ ਜਿਹੜੀ ਸਖੀ ਹੈ ਇਹਦਾ ਵਿਆਹ ਹੋਇਆ ਸ਼ਬਦ ਦੇ ਨਾਲ, ਮਾਲਕ ਨਾਲ, ਪਤੀ ਪਰਮੇਸ਼ਰ ਨਾਲ। ਸ਼ਬਦ ਸੁਰਤ ਦਾ ਮੇਲ ਹੋਇਆ ਤੇ ਫਿਰ ਇਸ ਦਾ ਮੇਲ ਜਦੋਂ ਸ਼ਬਦ ਦੇ ਨਾਲ ਹੋਇਆ ਤੇ ਇਹ ਸਖੀਆਂ ਜਿਹੜੀਆਂ ਉਹਦੇ ਨਾਲ ਜਿਸ ਤਰ੍ਹਾਂ ਗੀਤਾਂ ਗਾਉਂਦੀਆਂ, ਜਿੱਦਾਂ ਕੱਲ ਆਪਾਂ ਵਿਚਾਰ ਕੀਤੀ, ਜਿਸ ਬੱਚੀ ਦਾ ਵਿਆਹ ਹੋਵੇ ਉਹਦੇ ਘਰ ਫਿਰ ਗੀਤ ਬੈਠਦੇ, ਸੰਗੀਤ ਬੈਠਦੇ। ਤੇ ਪਤੀ ਆਪਣੇ ਘਰ ਵਿੱਚ ਸੁਰਤੀ ਨੂੰ ਸ਼ਬਦ ਰੂਪੀ ਪਤੀ ਜਿਹੜਾ ਹੈ ਆਪਣੇ ਪ੍ਰਕਾਸ਼ ਰੂਪੀ ਪਿਤਾ ਦੇ ਘਰ ਵਿੱਚ, ਭਾਵ ਕਿ ਮਨ ਜਿਹੜਾ ਇਸ ਸੰਸਾਰ ਵਿੱਚ ਤ੍ਰਿਗੁਣ ਮਾਇਆ ਦੇ ਵਿੱਚ ਸੀ, ਇਸ ਨੂੰ ਸਦਾ ਲਈ ਉੱਥੇ ਵਸਾਉਣ ਵਾਸਤੇ ਆਪਣੇ ਘਰ ਲੈ ਆਇਆ। ਜਦੋਂ ਘਰ ਪਹੁੰਚਿਆ, ਜਦੋਂ ਅਸੀਂ ਸੱਸ ਸਹੁਰਿਆਂ ਦੇ ਕੋਲ ਇਹ ਬੱਚੀ ਜਦੋਂ ਜਾਂਦੀ ਹੈ, ਘਰ ਗ੍ਰਹਿ ਪ੍ਰਵੇਸ਼ ਹੁੰਦਾ ਹੈ ਤੇ ਉੱਥੇ ਕੁਝ ਮਿਲਦਾ ਹੈ ਉਸਨੂੰ, ਕੋਈ ਗਿਫਟਾਂ ਮਿਲਦੀਆਂ ਹਨ, ਕੋਈ ਚਾਬੀਆਂ ਮਿਲਦੀਆਂ ਹਨ,
इस तरह कहंदे इस खेल दे विच हुण ये पेका कर छड़ के ये मनवा जिहड़ा साडा इस घर दे विच आ गया। मान लो मेरा ही मनवा आया ਜਦੋਂ ਮੇਰਾ ਗੁਰੂਦੁਆਰੇ ਵਿੱਚ ਜਿੱਥੇ ਇੱਕ ਜਨਮ ਹੁੰਦਾ ਹੈ ਦੂਸਰਾ ਨਾਲ ਇਹ ਟੁੱਟੀ ਹੋਈ ਗੰਢ ਜਿਹੜੀ ਇੱਥੋਂ ਸ਼ਬਦ ਫਿਰ ਸਾਡਾ ਜਿਹੜਾ ਜਨਮ ਗੁਰੂ ਦੇ ਘਰ ਦੇ ਵਿੱਚ ਹੋਇਆ, ਸਤਿਗੁਰ ਦੇ ਘਰ ਦੇ ਵਿੱਚ ਇਹ ਪ੍ਰਵੇਸ਼ ਹੋਣ ਤੋਂ ਪਹਿਲਾਂ ਦੀ ਗੱਲ ਮਹਾਰਾਜ ਜੀ ਦੱਸ ਰਹੇ ਹਨ। ਕਹਿੰਦੇ ਇਸ ਖੇਲ ਨੂੰ ਦੇਖ ਕੇ ਮਨ ਜਿਹੜਾ ਆਨੰਦ ਦੇ ਵਿੱਚ ਆ ਗਿਆ। ਇਹ ਇੰਨੀਆਂ ਖੁਸ਼ੀਆਂ ਇਸ ਘਰ ਦੇ ਵਿੱਚ ਸਨ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਂ ਤਾਂ ਕੇਵਲ ਸੁਣਿਆ ਸੀ ਸਖੀਆਂ ਜਿਨ੍ਹਾਂ ਦਾ ਮੇਲ ਹੁੰਦਾ ਹੈ। ਕਿਉਂਕਿ ਇਧਰ ਦ੍ਰਿਸ਼ਟਮਾਨ ਆਪਾਂ ਵਿਆਹ ਦੀ ਗੱਲ ਕਰ ਰਹੇ ਹਾਂ, ਉਧਰ ਮਨ ਦੇ ਵਿਆਹ ਦੀ ਗੱਲ ਕਰ ਰਹੇ ਹਾਂ। ਤੇ ਕਹਿੰਦੇ ਖੇਲ ਦੇਖ ਮਨ ਆਨੰਦ ਭਇਆ ਸਾਹ ਵਿਆਨ ਆਇਆ। ਕਹਿੰਦੇ ਜਦੋਂ ਪਤੀ ਵਿਆਹਨ ਵਾਸਤੇ ਆਇਆ ਇਸ ਖੇਲ ਨੂੰ ਦੇਖ ਕੇ ਬੜਾ ਅੱਛਾ ਲੱਗਿਆ। ਜਦੋਂ ਬਰਾਤ ਆਂਦੀ ਤੇ ਕਹਿੰਦੇ ਫਿਰ ਆਨੰਦ ਦੇ ਵਾਜੇ ਵੱਜਦੇ ਹਨ। ਜਦੋਂ ਬਰਾਤ ਆਂਦੀ ਤੁਸੀਂ ਦੇਖਿਆ ਬੈਂਡ ਬਾਜੇ ਢੋਲਕ ਵੱਜਦੇ ਤੇ ਉਧਰੋਂ ਜਿਹੜਾ ਪਤੀ ਪਰਮੇਸ਼ਰ ਹੈ ਉਹ ਅਨਹਦ ਬਾਣੀ ਦੇ ਰੂਪ ਵਿੱਚ ਸ਼ਬਦਾਂ ਦੇ ਵਿੱਚ ਰਾਗ ਰਤਨ ਪਰਿਵਾਰ ਦੇ ਵਿੱਚ ਆਇਆ। ਇੱਧਰ ਕਹਿੰਦੇ ਫਿਰ ਸਖੀਆਂ ਨੇ ਵੀ ਮੰਗਲ ਗਾਏ, ਗਾਓ ਗਾਓ ਕਾਮਨੀ ਵਿਵੇਕ ਵਿਚਾਰ। ਬਹੁਤ ਸਾਰੇ ਸੋਹਣੇ ਵਿਚਾਰ ਮਨ ਦੇ ਵਿੱਚ ਆ ਗਏ, ਕਿਉਂਕਿ ਮਤ ਜਿਹੜੀ ਸੀ, ਜਿਹੜਾ ਮਨ ਸੀ ਮਤ ਰੂਪ ਦੇ ਵਿੱਚ ਵਿਵੇਕ ਬੁੱਧ ਹੋ ਗਿਆ। ਵਿਵੇਕ ਬੁੱਧ ਦੇ ਵਿੱਚ ਕੀ ਹੋਇਆ ਕਿ ਮਨ ਦੇ ਵਿੱਚ ਬੜੀ ਡੂੰਘੀ ਸਾਂਝ ਪੈ ਗਈ ਪਤੀ ਪਰਮੇਸ਼ਰ ਦੇ ਨਾਲ। ਇੱਕ ਮਿਕ ਇਹ ਮਨਵਾ ਜਿਹੜਾ ਕਦੀ ਥਿਰ ਨਹੀਂ ਰਹਿੰਦਾ ਸੀ, ਚਾਰੋਂ ਦਿਸ਼ਾ 10 ਦਿਸ਼ਾ ਦੇ ਵਿੱਚ ਭਜਦਾ ਸੀ। ਇਹ ਮਨ ਫਿਰ ਥਿਰ ਅਵਸਥਾ ਦੇ ਵਿੱਚ ਆ ਗਿਆ, ਵਿਵੇਕ ਹੋ ਗਿਆ। ਵਿਵੇਕ ਤੋਂ ਭਾਵ ਕਿ ਇਹਨੂੰ ਸਮਝ ਆ ਗਈ ਭਈ ਬੋਲਣਾ ਕਿਸ ਤਰ੍ਹਾਂ ਹੈ, ਦੇਖਣਾ ਕਿਸ ਤਰ੍ਹਾਂ ਹੈ, ਸੁਣਨਾ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਸਿਰ ਤੇ ਪੱਲੂ ਲੈਣਾ ਹੈ। ਕਿਉਂਕਿ ਬੱਚੀ ਜਦੋਂ ਆਪਣੇ ਨਵੇਂ ਘਰ ਵਿੱਚ ਆਉਂਦੀ ਹੈ, ਸੱਸ ਸਹੁਰੇ ਨੂੰ, ਪਰਿਵਾਰ ਨੂੰ, ਆਪਣੇ ਮਾਤਾ ਪਿਤਾ ਨੂੰ ਮਿਲਦੀ ਹੈ, ਉਸ ਵੇਲੇ ਫਿਰ ਉਹਦੇ ਅੰਦਰ ਕਈ ਗੁਣ ਆਪਣੇ ਆਪ ਹੀ ਆ ਜਾਂਦੇ ਹਨ ਜੋ ਉਸਨੇ ਪੇਕੇ ਘਰ ਦੇ ਵਿੱਚ ਸਿੱਖੇ ਹੁੰਦੇ ਹਨ। ਵੀ ਉਹਨਾਂ ਦੇ ਜਾ ਕੇ ਪੈਰਾਂ ਤੇ ਪੈਣਾ ਹੈ, ਫਿਰ ਉਹਨਾਂ ਦਾ ਆਸ਼ੀਰਵਾਦ ਲੈਣਾ ਹੈ, ਫਿਰ ਕੱਲੇ ਕੱਲੇ ਉਸ ਪਰਿਵਾਰ ਦਾ ਜਿਹੜਾ ਮਨ ਹੈ ਉਹਨੂੰ ਜਿੱਤਣਾ ਤੇ ਸਤ ਬਚਨ ਕਰਕੇ ਸਭ ਕੁਝ ਮੰਨਣਾ ਹੈ ਉਸ ਘਰ ਦੇ ਵਿੱਚ, ਜਿਸ ਘਰ ਵਿੱਚ ਬੱਚੀ ਤੂੰ ਚੱਲੀ। ਇਹ ਮਨਵਾ ਜਦੋਂ ਫਿਰ ਇਸ ਘਰ ਦੇ ਵਿੱਚ ਆਇਆ, ਆਪਣੇ ਘਰ ਨੂੰ ਛੱਡ ਕੇ ਇਸ ਨੂੰ ਫਿਰ ਥਿਰ ਕਰਕੇ ਆਇਆ ਵੀ ਇੱਥੇ ਸਦਾ ਲਈ ਤੂੰ ਵਸਣਾ। ਕਿਉਂਕਿ ਪੇਕੋੜਿਆਂ ਦੇ ਵਿੱਚ ਕਹਿੰਦੇ 4 ਦਿਨ ਦਾ ਅਸੀਂ ਰਹਿਣਾ। ਜਿੱਦਾਂ 10ਵੀਂ ਪੜ੍ਹੀ, ਕੋਈ ਬੱਚੀ 12 ਪੜ੍ਹੀ, ਕੋਈ BA ਕਰ ਗਈ, ਕਹਿਣ ਲੱਗੇ ਭਈ ਹੁਣ ਇਸ ਦਾ ਵਿਆਹ ਕਰ ਦਈਏ, ਜਵਾਨ ਹੋ ਗਈ। ਤੇ ਮਾਤਾ ਪਿਤਾ ਨੇ ਉਸਨੂੰ ਚੱਜ ਅਚਾਰ, ਖਾਣਾ ਪਕਾਣਾ, ਸਲਾਈ ਪੜ੍ਹਾਈ ਸਾਰਾ ਕੁਝ ਸਿਖਾ ਦਿੱਤਾ, ਗੁਣ ਅਚਾਰ ਸਿਖਾ ਦਿੱਤੇ। ਤੇ ਫਿਰ ਕਹਿੰਦੇ ਇਹ ਸੰਸਾਰ ਦਾ ਵਿਆਹ ਜਦੋਂ ਹੁੰਦਾ ਉਦੋਂ ਦੀ ਗੱਲ ਹੈ। ਹੁਣ ਕਹਿੰਦੇ ਇੱਕ ਗੁਰੂਦੁਆਰੇ ਦੇ ਵਿੱਚ ਜਿਸ ਨੂੰ 10ਵਾਂ ਘਰ ਥਿਰ ਕਰ ਕਿਹਾ ਹੈ, ਉੱਥੇ ਇੱਕ ਵਿਆਹ ਹੋਇਆ। ਹੁਣ ਜਦੋਂ ਇਹ ਜੋਤ ਪ੍ਰਗਟ ਹੋਈ, ਜਦੋਂ ਪਤੀ ਨੇ ਮਿਲਾਪ ਕੀਤਾ, ਸੁਰਤੀ ਨੂੰ ਲੈ ਗਏ ਆਪਣੇ ਘਰ ਦੇ ਵਿੱਚ, ਤੇ ਉੱਥੇ ਫਿਰ ਇਹ ਮਨ ਨੇ ਦੇਖਿਆ ਜਿਸ ਘਰ ਦੇ ਬਾਰੇ ਉਹ ਸੁਣਦੀ ਸੀ ਹਮੇਸ਼ਾ, ਅੱਜ ਉਸਨੇ ਉਸ ਘਰ ਨੂੰ ਦੇਖ ਲਿਆ ਕਿ ਜਿਸ ਘਰ में ਤੂੰ ਰਹਿਣਾ ਬਸਣਾ ਤਿਸ ਕੀ ਚਿੰਤਾ ਨਾ। ਇਹਦੀ ਚਿੰਤਾ ਕਦੀ ਨਹੀਂ ਸੀ ਕੀਤੀ, ਪਰ ਹੁਣ ਚਿੰਤਾ ਹੋ ਗਈ ਕਿ ਇਸ ਘਰ ਦੇ ਵਿੱਚ ਹੁਣ ਮੈਂ ਸਦਾ ਹੀ ਰਹਿਣਾ। ਤੇ ਉਹ ਫਿਰ ਕਹਿੰਦੇ ਹਰੀ ਦੇ ਪਿਆਰੇ ਬਣ ਕੇ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ। ਇਹ ਹੁਣ ਕਾਜ ਇੱਥੇ ਹੁਣ ਇਹਦੇ ਸਰਵਣ ਲੱਗੇ ਹਨ, ਸਵਾਰੇ ਜਾਣ ਲੱਗੇ ਹਨ, ਤੇ ਇਹ ਹੁਣ ਨਵਾਂ ਜੀਵਨ ਇਸ ਦਾ ਸ਼ੁਰੂ ਹੋ ਰਿਹਾ ਹੈ। ਤੇ ਫਿਰ ਇੱਥੇ ਕਹਿੰਦੇ ਜਦੋਂ ਵਿਵੇਕ ਵਿਚਾਰ ਮਨ ਵਿੱਚ ਆ ਗਈ, ਡੂੰਘੀ ਸਾਂਝ ਪਤੀ ਦੇ ਨਾਲ ਪੈ ਗਈ, ਉਸਤਤ ਕਰਕੇ ਆਪਣੇ ਪਤੀ ਦੇ 3 ਗੁਣਾਂ ਨੂੰ ਜਿਹੜੇ ਆਪਣੇ ਘਰ ਦੇ ਵਿੱਚ ਮਿਲਾਪ ਜਿਨ੍ਹਾਂ ਨੇ ਕਰਵਾਇਆ, ਤ੍ਰੇ ਗੁਣ ਮਾਇਆ ਤੋਂ ਉੱਪਰ ਉੱਠੇ। ਤੇ ਉੱਥੇ ਤ੍ਰੇ ਗੁਣ ਮਾਇਆ ਤੋਂ ਉੱਪਰ ਉੱਠ ਕੇ ਡੂੰਘੀ ਸਾਂਝ ਜਦੋਂ ਪਤੀ ਨਾਲ ਪਾ ਲਈ, ਕਹਿੰਦੇ ਹਮਰੇ ਘਰ ਆਇਆ ਜਗ ਜੀਵਨ ਪਤਾ। ਉਹ ਫਿਰ ਪਤੀ ਪਰਮੇਸ਼ਰ ਉਸ ਸਥਿਰ ਘਰ ਦੇ ਵਿੱਚ ਜਿੱਥੇ ਮਿਲਾਪ ਹੋਇਆ, ਕਹਿੰਦੇ ਗੁਰੂ ਦੁਆਰੇ ਹਮਰਾ ਵਿਆਹ ਜਾ ਹੋਆ ਜਾ ਸਾਹਿਬ ਮਿਲਿਆ ਤਾਂ ਜਾਣੇ। ਕਹਿੰਦੇ ਜਦੋਂ ਪਤੀ ਮਿਲਿਆ ਫਿਰ ਅਸੀਂ ਜਾਣਿਆ ਵੀ ਇਹ ਖੇਲ ਕੀ ਹੈ। ਖੇਲ ਦੇਖ ਮਨ ਆਨੰਦ ਪਿਆ।
ਤੇ ਫਿਰ ਕਹਿੰਦੇ ਬਹੁਤ ਹੀ ਜੀਵਨ ਜਿਹੜਾ ਫਿਰ ਲੱਗਿਆ ਭਈ ਇਹ ਹੁਣ ਬੜੀਆਂ ਸੁਚੱਜੀਆਂ ਤੇ ਢੰਗ ਵਾਲੀਆਂ ਗੱਲਾਂ ਇੱਥੇ ਹੁਣ ਕਰਨੀਆਂ ਪੈਣੀਆਂ। ਬਚਪਨ ਦੇ ਜਿਹੜੇ ਗੁੱਡੀਆਂ ਪਟੋਲਿਆਂ ਨਾਲ ਆਪਾਂ ਤ੍ਰਿਗੁਣ ਮਾਇਆ 'ਚ ਖੇਲਦੇ ਸੀ, ਕੂੜ ਬੋਲਦੇ ਸੀ, ਝੂਠ ਬੋਲਦੇ ਸੀ, ਨਿੰਦਾ ਚੁਗਲੀ ਕਰਦੇ ਸੀ। ਤੇ ਹੁਣ ਕਹਿੰਦੇ ਇੱਥੇ ਤਾਂ ਹੁਣ ਬੜਾ ਸੋਚ ਕੇ, ਕਿਉਂਕਿ ਪਤੀ ਹੁਣ ਸਾਹਮਣੇ ਹੈ, ਹੁਣ ਆਪਾਂ ਕੋਈ ਇਹੋ ਜਿਹੀ ਗੱਲ ਕਰ ਨਹੀਂ ਸਕਦੇ। ਤੇ ਹੁਣ ਉਸਨੂੰ ਪੁੱਛਣਾ ਹੈ ਕਿ ਮੈਂ ਇਹ ਕੰਮ ਕਰ ਲਵਾਂ, ਮੈਂ ਇੱਥੇ ਚਲੀ ਜਾਵਾਂ, ਮੈਂ ਇਹਨੂੰ ਮਿਲ ਆਵਾਂ, ਮੈਂ ਆਪਣੇ ਪੇਕੇ ਘਰ ਜਾਵਾਂ, ਤ੍ਰਿਗੁਣ ਮਾਇਆ 'ਚ ਕਿਸ ਤਰ੍ਹਾਂ ਖੇਲਾਂ। ਇਹ ਸਾਰਾ ਕੁਝ ਫਿਰ ਪਤੀ ਨੂੰ ਪੁੱਛਦੀ ਹੈ। ਤੇ ਲੋਕਾਂ ਮੇ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਕਹਿੰਦੇ ਤਿੰਨਾਂ ਲੋਕਾਂ ਦੇ ਵਿੱਚ ਜਿਹੜਾ ਇਹ ਮਨ ਵਿਚਰਦਾ ਸੀ ਜਲ ਥਲ ਮਈਲ ਦੇ ਵਿੱਚ, ਤ੍ਰਿਗੁਣ ਮਾਇਆ ਦੇ ਵਿੱਚ, ਹੁਣ ਇਹ ਕਹਿੰਦੇ ਆਪਣਾ ਜਿਹੜਾ ਸੀ ਮਨ ਜਿਹੜਾ ਇਹ ਚਲਾ ਗਿਆ, ਉਹਨਾਂ ਮਾਇਆ ਦੇ ਵਿੱਚੋਂ ਨਿਕਲ ਗਿਆ। ਉਹਨਾਂ ਦੇ ਨਾਲ ਫਿਰ ਉਹਨੂੰ ਕੋਈ ਦਿਲਚਸਪੀ ਨਹੀਂ ਰਹੀ। ਕਹਿੰਦੇ ਮੈਂ ਆਪਾ ਹੀ ਗਵਾ ਲਿਆ, ਆਪ ਗਿਆ ਮਨ ਮਾਨਿਆ। ਮੇਰਾ ਮਨ ਹੁਣ ਇੱਧਰ ਮੰਨ ਗਿਆ, ਉਧਰੋਂ ਮੇਰਾ ਮਨ ਜਿਹੜਾ ਟੁੱਟ ਗਿਆ। ਉਸ ਮਾਇਆ ਦੇ ਖੇਲ ਦੇ ਵਿੱਚ ਮੈਨੂੰ ਹੁਣ ਕੋਈ ਰਸ ਨਹੀਂ ਆਉਂਦਾ। ਉਹ ਪਤਾ ਲੱਗ ਗਿਆ ਭਈ ਉਹ ਬੱਚਿਆਂ ਵਾਲਾ ਖੇਲ ਸੀ। ਜਿਸ ਤਰ੍ਹਾਂ ਸੀ ਸਾਈਡ ਤੇ ਚਲੇ ਜਾਈਏ, ਬੱਚੇ ਰੇਤ ਦੇ ਵਿੱਚ ਪੈਰ ਫਸਾ ਕੇ ਬੈਡਰੂਮ ਬਣਾਉਂਦੇ, ਘਰ ਬਣਾਉਂਦੇ ਹਨ। ਇਹ ਸੜਕ ਹੈ, ਇਧਰੋਂ ਮੇਰਾ ਸਕੂਲ ਹੈ, ਮੇਰਾ ਬੈਡਰੂਮ ਹੈ, ਮੇਰਾ ਡਰਾਇੰਗ ਰੂਮ ਹੈ, ਇਹ ਸਟੱਡੀ ਰੂਮ ਹੈ। ਸਾਰਾ ਦਿਨ ਬੱਚੇ ਖੇਲਦੇ ਤੇ ਸ਼ਾਮਾਂ ਨੂੰ ਮਾਤਾ ਪਿਤਾ ਜਦੋਂ ਕਹਿੰਦੇ ਵੀ ਘਰ ਚੱਲੀਏ, ਤੇ ਫਿਰ ਜਿਸ ਤਰ੍ਹਾਂ ਖੁਸ਼ੀ ਨਾਲ ਉਹਨਾਂ ਨੇ ਉਹ ਬਣਾਏ ਸੀ, ਉਸੇ ਤਰ੍ਹਾਂ ਖੁਸ਼ੀ ਦੇ ਨਾਲ ਪੈਰਾਂ ਦੇ ਨਾਲ ਉਸਨੂੰ ਤੋੜ ਦਿੰਦੇ। ਉਹਨਾਂ ਨੂੰ ਪਤਾ ਹੈ ਵੀ ਇਹ ਸਾਰਾ ਦਿਨ ਆਪਾਂ ਖੇਲ ਖੇਲਿਆ, ਇੱਥੇ ਧੁੱਪੇ ਬਹਿ ਕੇ ਆਨੰਦ ਲਿਆ, ਤੇ ਫਿਰ ਆਨੰਦ ਦੇ ਨਾਲ ਹੀ ਉਹਨਾਂ ਨੇ ਉਹ ਤੋੜ ਦਿੱਤਾ। ਇਸੇ ਤਰ੍ਹਾਂ ਹੁਣ ਉਹਨੂੰ ਸਮਝ ਆ ਗਿਆ ਵੀ ਇਹ ਮਾਇਆ ਦੇ ਜਿਹੜੇ ਘਰ ਬਣਾਏ ਸਨ, ਇਹ ਸਾਰੇ ਤ੍ਰਿਗੁਣ ਮਾਇਆ ਦੇ ਬਿਨਸਣ ਵਾਲੇ ਸਨ। ਤੇ ਉਸਨੇ ਫਿਰ ਆਪਣੀ ਮਰਜ਼ੀ ਨਾਲ ਉਸਨੂੰ ਤੋੜ ਦਿੱਤਾ, ਖੁਸ਼ੀ ਨਾਲ ਤੋੜਤਾ, ਜਿਸ ਨੂੰ ਉਹ ਸੱਚ ਸਮਝੀ ਬੈਠੀ ਸੀ। ਪਰ ਉਹਨੂੰ ਪਤਾ ਲੱਗਿਆ ਭਾਈ ਇਹ ਤਾਂ ਇੱਕ ਪਰਛਾਵਾਂ ਸੀ, ਇਹ ਤਾਂ ਇੱਕ ਝੂਠ ਦੇ ਮਹਿਲ ਬਣਾਏ ਹੋਏ ਸੀ। ਤੇ ਹੁਣ ਉਹਨੂੰ ਪਤਾ ਲੱਗ ਗਿਆ ਵੀ ਹੁਣ ਮੇਰਾ ਘਰ ਆ ਗਿਆ, ਗੁੱਡੀਆਂ ਪਟੋਲੇ ਹੁਣ ਛੱਡ ਆਏ। ਉਹ ਜਿਹੜੇ ਖੇਲ ਸੀ ਉਹ ਇੱਕ ਬਚਕਾਨੇ ਖੇਲ ਲੱਗਣ ਲੱਗੇ। ਜਦੋਂ ਇਸ ਨੂੰ ਸੋਝੀ ਆ ਗਈ, ਪੂਰੀ ਸਮਝ ਆ ਗਈ, ਤੇ ਕਹਿੰਦੇ ਤਿੰਨਾਂ ਲੋਕਾਂ ਦੇ ਵਿੱਚੋਂ ਮੇਰਾ ਮਨ ਨਿਕਲ ਕੇ ਸ਼ਬਦ ਦੇ ਵਿੱਚ ਆ ਗਿਆ, ਸ਼ਬਦ ਵਿੱਚ ਰਵਿਆ ਗਿਆ, ਭਾਵ ਕਿ ਸਮਾ ਗਿਆ, ਤੇ ਮੇਰਾ ਮਨ ਮੰਨ ਗਿਆ। ਤੇ ਇੱਥੇ ਤੱਕ ਆਪਾਂ ਕੱਲ ਸਾਰੀ ਇਹ ਜਿਹੜੀ ਸ਼ਬਦ ਦੀ ਵਿਚਾਰ ਕੀਤੀ ਸੀ। ਸਾਰੀ ਥਾਂ ਤੇ ਤਿੰਨਾਂ ਲੋਕਾਂ ਵਿੱਚ ਉਹ ਸਿਫਤ ਸਲਾਹ ਹੋ ਰਹੀ ਹੈ ਭਈ ਇਹ ਤ੍ਰਿਗੁਣ ਮਾਇਆ ਨੂੰ ਛੱਡ ਕੇ ਇਹ ਆਪਣੇ ਪਤੀ ਦੇ ਘਰ ਜਾ ਵਸੀ ਹੈ। ਇਹ ਹੁਣ ਤ੍ਰਿਗੁਣ ਮਾਇਆ ਵਿੱਚ ਜਿਹੜਾ ਪਰਿਵਾਰ ਛੱਡ ਆਈ ਹੈ, ਉੱਥੇ ਫਿਰ ਇਹ ਗੱਲਾਂ ਹੁੰਦੀਆਂ ਹਨ। ਜਦੋਂ ਬੱਚੀ ਆਪਣੇ ਘਰ ਚਲੀ ਜਾਂਦੀ ਹੈ, ਪਿੱਛੇ ਫਿਰ ਕਹਿੰਦੇ ਵੀ ਬੜਾ ਸੋਹਣਾ ਪਰਿਵਾਰ ਮਿਲਿਆ, ਉੱਥੇ ਜਾ ਕੇ ਵਸਣ ਲੱਗੀ, ਬਹੁਤ ਸੁੱਖ ਪਾ ਰਹੀ ਹੈ, ਮੋਟਰ ਕਾਰਾਂ 'ਚ ਘੁੰਮ ਰਹੀ ਹੈ, ਜਿੱਤ ਲਿਆ ਉਹਨੇ ਆਪਣੇ ਪਰਿਵਾਰ ਦਾ। ਇਸੇ ਤਰ੍ਹਾਂ ਇਹ ਤ੍ਰਿਗੁਣ ਮਾਇਆ ਦੇ ਘਰ ਨੂੰ ਛੱਡ ਕੇ ਇਹ ਪਤੀ ਪਰਮੇਸ਼ਰ ਨਾਲ ਹੁਣ ਸਦੀਵੀ ਸਦਾ ਰਹਿਣ ਵਾਲਾ ਜਿਹੜਾ ਘਰ ਹੈ ਉੱਥੇ ਆ ਗਈ ਹੈ। ਫਿਰ ਮਹਾਰਾਜ ਇਹ ਥੋੜਾ ਜਿਹਾ ਸ਼ਬਦ ਬਾਕੀ ਬਚਿਆ, ਆਪਣਾ ਕਾਰਜ ਆਪ ਸਵਾਰੇ। ਕਹਿੰਦੇ ਇੱਥੇ ਹੁਣ ਆਪਣੇ ਜਿਹੜਾ ਕਾਰਜ ਅਸੀਂ ਕਹਿੰਦੇ ਸੀ ਤੁਸੀਂ ਕਰ ਦਿਓ ਜੀ, ਤੁਸੀਂ ਕਰ ਦਿਓ, ਸੰਸਾਰ ਦੇ ਵਿੱਚ ਇਹ ਕਰ ਦੇਗਾ, ਉਹ ਕਰ ਦੇਗਾ, ਦਰ ਦਰ ਦੇ ਉੱਤੇ ਜਾ ਕੇ ਆਪਾਂ ਭਟਕਦੇ ਸੀ। ਤੇ ਹੁਣ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਆਪਣੇ ਪਤੀ ਪਰਮੇਸ਼ਰ ਨੂੰ, ਭਾਈ ਹੁਣ ਮੈਂ ਤਨ ਮਨ ਧਨ ਤੁਹਾਨੂੰ ਸੌਂਪਿਆ, ਹੁਣ ਮੇਰਾ ਕਾਰਜ ਜਿਹੜਾ ਆਪਣਾ ਅਸੀਂ ਆਪ ਹੀ ਸਵਾਰਨਾ ਹੈ। ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਕਹਿੰਦੇ ਹੋਰ ਕੋਈ ਹੁਣ ਸਵਾਰ ਨਹੀਂ ਸਕਦਾ। ਇਹ ਹੁਣ ਮੈਨੂੰ ਚੰਗੀ ਤਰ੍ਹਾਂ ਸਮਝ ਆ ਗਈ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ। ਆਪਣੇ ਪਤੀ ਨੂੰ ਪੁੱਛ ਰਹੀ ਹੈ ਭਈ ਸਤੋ ਗੁਣੀ ਦੇ ਹੋ ਕੇ ਮੈਂ ਆਪਣੇ ਚੌਥੇ ਪਦ ਵਿੱਚ ਆਪਣੇ ਘਰ ਆਈ ਹਾਂ, ਜਿਸ ਕਾਰਜ ਦੇ ਨਾਲ ਜਿੱਥੇ ਸਤ ਸੀ, ਸੰਤੋਖ ਸੀ, ਦਇਆ ਸੀ, ਧਰਮ ਹੈ, ਕਿਉਂਕਿ ਇਹ ਸਤੋ ਗੁਣ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇਖ ਕੇ ਆਈ ਸੀ, ਉਹਦੇ ਵਿੱਚ ਵਿਚਰੀ ਸੀ। ਭਈ ਇੱਥੇ ਹੁਣ ਲਿਵ ਦੇ ਰਸਤੇ ਦੇ ਵਿੱਚ ਰਜੋ ਤਮੋ ਤੋਂ ਉੱਪਰ ਉੱਠ ਕੇ ਦਇਆ ਧਰਮ ਨਿਮਰਤਾਈ ਜਤ ਸਤ ਸੰਤੋਖ ਧਰਮ, ਇਹ ਮਹਾਰਾਜ ਕਹਿੰਦੇ ਇਹ ਧਰਮ ਕੀ ਪੌੜੀ। ਇਹ ਅਸੀਂ ਸੁਖਮਨੀ ਸਾਹਿਬ ਵਿੱਚ ਪੜ੍ਹਿਆ ਸੀ। ਕੀ ਮਹਾਰਾਜ ਕਹਿੰਦੇ ਇੱਥੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਕੋਟ ਜਨਮ ਕੇ ਕਰੋੜਾਂ ਜਨਮਾਂ ਦੇ ਕਿਲ ਵਿਖ ਜਿਹੜੇ ਦੂਰ ਹੋ ਜਾਂਦੇ, ਹਰ ਚਰਨੀ ਚਿੱਤ ਲਾਏ।
ਜਦੋਂ ਅਸੀਂ ਹਰੀ ਦੇ ਚਰਨਾਂ ਦੇ ਨਾਲ ਚਿੱਤ ਲਾ ਲੈਂਦੇ ਹਾਂ। ਇੱਥੇ ਫਿਰ ਇਹ ਪਤਨੀ ਨੇ, ਜਿਹੜੀ ਜੀਵ ਰੂਪੀ ਇਸਤਰੀ ਸਾਡਾ ਮਨੁਆ, ਅਸੀਂ ਆਪ ਆਪਣੇ ਪਤੀ ਨੂੰ ਦੱਸ ਰਹੀ ਹੈ, ਜਿਤ ਕਾਰਜ ਕਰਕੇ ਮੈਂ ਇਹ ਜਤ ਸਤ ਸੰਤੋਖ ਦਇਆ ਧਰਮ ਧਾਰਿਆ ਸੀ, ਹੁਣ ਮੈਂ ਉਹ ਬੁੱਝ ਗਈ ਹਾਂ ਭਈ ਇਹ ਸੱਚ ਸੀ। ਅਨੰਤ ਨਾਨਕ ਸਭਨਾ ਕਾ ਫਿਰ ਏਕੋ ਸੋਈ। ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਸਾਰਿਆਂ ਦਾ ਫਿਰ ਪਤੀ ਪਰਮੇਸ਼ਰ ਇੱਕੋ ਮਾਲਕ ਹੈ। ਆਖਦਾ ਹੈ ਉਹ ਮਾਲਕ ਨਾਨਕ, ਇੱਕੋ ਸੋਈ ਉਹ ਆਪ ਹੀ ਹੈ, ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ। ਇਹ ਸ਼ਬਦ ਦੀ ਅੰਤਮ ਪੰਕਤੀਆਂ ਵਿੱਚ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿ ਰਹੇ ਹਨ, ਜਿਹਦੇ ਉੱਤੇ ਉਸਨੇ ਮਾਲਕ ਨੇ ਨਦਰ ਕੀਤੀ, ਜਿਸ ਨੂੰ ਪਾਸ ਕਰ ਲਿਆ ਇਸ ਇਮਤਿਹਾਨ ਦੇ ਵਿੱਚ, ਜਿਸ ਨੂੰ ਇਹ ਦਾਤ ਦੇ ਦਿੱਤੀ, ਜਿਸ ਨੂੰ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੀ, ਉਹ ਅੰਮ੍ਰਿਤ ਗੁਰੂ ਤੋਂ ਪ੍ਰਾਪਤ ਹੋ ਗਿਆ। ਉਹ ਪੰਜ ਜਿਹੜੇ ਗੁਰੂ ਦੀ ਪਦਵੀ ਤੇ ਆ ਗਏ, ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਉਹਨਾਂ ਸ਼ਬਦਾਂ ਦੇ ਕਰਕੇ ਉਹਨਾਂ ਨੇ ਪਹਿਲਾਂ ਹੀ ਪੁੱਛਿਆ, ਜਦੋਂ ਇਹ ਜੀਵ ਰੂਪੀ ਇਸਤਰੀ, ਇਹ ਮਨੁਆ ਜਦੋਂ ਪਾਸ ਹੋਇਆ, ਉਸਨੂੰ ਪੁੱਛਿਆ ਗਿਆ ਭਈ ਤੂੰ ਕੀ ਕਰਦੀ ਸੀ, ਪਹਿਲਾ ਜੀਵਨ ਕਿਸ ਤਰ੍ਹਾਂ ਦਾ ਸੀ, ਤੂੰ ਕਿਹੜੀ ਮਾਇਆ ਦੇ ਵਿੱਚ ਸੀ, ਕਿਹੜੇ ਕਿਹੜੇ ਅਵਗੁਣ ਸੀ ਤੇਰੇ ਵਿੱਚ। ਤੇ ਉਸਨੇ ਦੱਸਿਆ, ਮੇਰੇ ਵਿੱਚ ਇਹ ਅਵਗੁਣ ਸੀ, ਮੈਂ ਗੁਣਾਂ ਨੂੰ ਧਾਰ ਨਹੀਂ ਸਕੀ। ਤੇ ਫਿਰ ਉਸ ਮਾਲਕ ਨੇ, ਉਸ ਗੁਰੂ ਨੇ ਉਸਨੂੰ ਕਿਹਾ ਵੀ ਇਹ ਹੁਣ ਅਵਗੁਣ ਸਾਰੇ ਛੱਡ ਕੇ ਗੁਣਾਂ ਨੂੰ ਘਟਾਓ, ਅਵਗੁਣ ਛੱਡ ਗੁਣਾਂ ਕੋ ਧਾਓ। ਵੀ ਇਹਨਾਂ ਗੁਣਾਂ ਨੂੰ, ਹੁਣ ਅਵਗੁਣਾਂ ਨੂੰ ਛੱਡ ਦੇਣਾ, ਤੇ ਹੁਣ ਜਿਹੜੇ ਗੁਣ ਅਸੀਂ ਦੱਸਾਂਗੇ ਉਹਨਾਂ ਗੁਣਾਂ ਤੇ ਚੱਲਣਾ ਹੈ। ਤੇ 7 ਬਚਨ ਕਿਹਾ ਤੇ ਸਜ਼ਾ ਦਿੱਤੀ ਗਈ ਭਈ ਤੈਨੂੰ ਇਹ ਮਾਲਕ ਦੀ ਸਜ਼ਾ ਹੈ ਇੱਥੇ, ਹੁਣ ਇਹਨਾਂ ਭੈੜੇ ਕੰਮਾਂ ਵਿੱਚ ਨਹੀਂ ਫਸਣਾ, ਹੁਣ ਤੂੰ ਗੁਰੂ ਦੇ ਅੱਗੇ ਆਪਣਾ ਮਨ ਤਨ ਧਨ ਸੌਂਪ ਦੇ। ਤੇ ਉਸ ਜੀਵ ਰੂਪੀ ਮਨੁਆ ਨੇ ਫਿਰ ਕਿਹਾ, ਇਹ ਸਤਿਗੁਰ ਪਾਤਸ਼ਾਹ, ਇਹ ਮੇਰੇ ਪਤੀ ਪਰਮੇਸ਼ਰ, ਮੈਂ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ, ਮੈਂ ਹੁਕਮ ਮੰਨਾਂਗੀ, ਮੇਰਾ ਸਿਰ ਹਾਜ਼ਰ ਹੈ। ਫਿਰ ਮਾਲਕ ਨੇ ਉਸ ਸਿਰ ਨੂੰ ਲੈ ਲਿਆ, ਭਾਵ ਕਿ ਸਾਡੀ ਮੱਤ ਨੂੰ ਲੈ ਲਿਆ, ਤੇ ਗੁਰ ਕੀ ਮੱਤ ਤੂੰ ਲੈ ਆਨੇ, ਭਗਤ ਬਿਨਾ ਉਹ ਡੁੱਬੇ ਸਿਆਣੇ। ਕਹਿੰਦੇ ਮੈਂ ਭਗਤੀ ਤੋਂ ਬਿਨਾ, ਵੱਡੇ ਵੱਡੇ ਸਿਆਣੇ ਜਿਹੜੇ ਮਾਇਆ ਦੇ ਵਿੱਚ, ਸਿਕੰਦਰ ਜੈਸੇ, ਰਾਵਣ ਜੈਸੇ, ਦੁਰਯੋਧਨ ਜੈਸੇ ਦੇਖੇ, ਉਹ ਭਗਤੀ ਤੋਂ ਬਿਨਾ ਸਖਣੇ ਰਹਿ ਗਏ ਤੇ ਸੰਸਾਰ ਦੀ ਬਾਜੀ ਹਾਰ ਕੇ ਚਲੇ ਗਏ। ਇਹ ਮੈਂ ਦੇਖਿਆ ਹੈ। ਇਸ ਕਰਕੇ ਇਹ ਮੇਰੇ ਗੁਰੂ, ਇਹ ਮੇਰੇ ਪਤੀ ਪਰਮੇਸ਼ਰ, ਮੈਂ ਆਪਣਾ ਤਨ ਮਨ ਧਨ ਆਪਣਾ ਦੇ ਰਹੀ ਹਾਂ, ਆਪਣੀ ਮੱਤ ਜਿਹੜੀ ਭੈੜੀ ਮੱਤ ਹੈ ਮੈਂ ਛੱਡ ਦਿੱਤੀ ਹੈ, ਮੈਂ ਗੁਰੂ ਦੀ ਮੱਤ ਲੈਣਾ ਚਾਹਨੀ, ਮੈਨੂੰ ਆਪਣੀ ਮੱਤ ਦਿਓ। ਗੁਰ ਕੀ ਮੱਤ ਤੂੰ ਲੈ ਇਆਨੇ, ਮੈਂ ਇਆਨੀ ਹਾਂ, ਬੇਸਮਝ ਹਾਂ, ਤੇ ਹੁਣ ਮੈਨੂੰ ਆਪਣੀ ਸਮਝ ਦਿਓ। ਤੇ ਫਿਰ ਮਾਲਕ ਨੇ, ਪਤੀ ਪਰਮੇਸ਼ਰ ਨੇ ਕੀ ਕੀਤਾ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਹਨ, ਭੰਤ ਨਾਨਕ ਸਭਨਾ ਕਾ ਫਿਰ ਏਕੋ ਸੋਈ, ਜਿਸ ਨੂੰ ਨਦਰ ਕਰੇ। ਉਹ ਫਿਰ ਨਦਰ ਕੀਤੀ ਉਹਦੇ ਵੱਲ, ਨਦਰ ਕਰਕੇ ਫਿਰ ਉਸਨੂੰ ਕਿਹਾ ਵੀ ਹਾਂ, ਇਹ ਸੁਰ ਨਰ ਮੁੰਜਨ ਇਸ ਅੰਮ੍ਰਿਤ ਨੂੰ ਖੋਜ ਰਹੇ ਸੀ, ਮੈਂ ਤੈਨੂੰ ਅੰਮ੍ਰਿਤ ਦੇ ਕੇ ਤੈਨੂੰ ਸੁਜੀਤ ਕਰ ਦਾਂ। ਪੰਜਾਂ ਦਾ ਸਿਰ ਲਿਆ ਸੀ, ਇੱਥੇ ਮੈਂ ਤੇਰੀ ਮੱਤ ਲੈ ਲਈ। ਕਲਗੀਧਰ ਪਾਤਸ਼ਾਹ ਜੀ ਨੇ ਇੱਕ ਇੱਕ ਕਰਕੇ ਦਇਆ ਨੂੰ ਲਿਆ, ਫਿਰ ਧਰਮ ਨੂੰ ਲਿਆ, ਫਿਰ ਮੋਹਕਮ ਸਿੰਘ, ਫਿਰ ਹਿੰਮਤ ਨੂੰ ਲਿਆ, ਤੇ ਫਿਰ ਮਹਾਰਾਜ ਜੀ ਨੇ ਸਾਹਿਬ ਨੂੰ ਲਿਆ, ਸਾਹਿਬ ਸਿੰਘ। ਇਹ ਪੰਜਾਂ ਦੇ ਸਿਰ ਲਿੱਤੇ ਗਏ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਇਹ ਸਜੀਵ ਕਰਕੇ, ਜੀਵਤ ਕਰਕੇ, ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਏ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ, ਮਿਟ ਗਈ ਚਿੰਤ ਪੁਨੀ ਮਨ ਆਸਾ, ਕਰੀ ਦਿਆ ਸਤਿਗੁਰ ਗੁਣ ਤਾਸਾ, ਦੁਖ ਨਾਠੇ ਸੁਖ ਆਏ ਸੁਮਾਏ, ਢੀਲ ਨਾ ਭਰੀ ਜੇ ਗੁਰ ਫਰਮਾਏ, ਇਛ ਪੁਨੀ ਪੂਰੇ ਗੁਰ ਮਿਲੇ, ਨਾਨਕ ਤੇਜਨ ਸਫਲ ਫਲੇ। ਇਹ ਸਫਲ 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 ਪਈ ਯਾਤਰਾ, ਆਵਨ ਜਾਨ ਮਿਲੇ ਗੁਰ ਲਾਦਾ। ਕਹਿੰਦੇ ਆਵਨ ਜਾਨ ਦਾ ਜਿਹੜਾ ਖੇਲ ਖਤਮ ਹੋ ਗਿਆ, ਗੁਰੂ ਨੇ ਮਿਲਾਪ ਕਰ ਦਿੱਤਾ। ਤੇ ਫਿਰ ਮਹਾਰਾਜ ਕਹਿੰਦੇ ਭਈ ਹੁਣ ਤੂੰ ਪ੍ਰਵਾਨ ਹੋ ਗਈ, ਤੇ ਆ ਹੁਣ ਮੈਂ ਤੇਰੇ ਮਨਵਾਂ ਦੀ, ਜਿਹੜਾ ਤੂੰ ਮਨ ਕਦੀ ਦੇਖਿਆ ਨਹੀਂ, ਆਪਣੇ ਆਪ ਨੂੰ ਨਹੀਂ ਦੇਖਿਆ, ਮੈਂ ਤੈਨੂੰ ਦਿਖਾਵਾਂ। ਤੇ ਫਿਰ ਉਹਨਾਂ ਪੰਜਾਂ ਨੇ, ਜੋ ਗੁਰੂ ਦੀ ਪਦਵੀ ਤੇ ਆਏ ਸਨ, ਜੋ ਸਤਿਗੁਰ ਦੀ ਹਜ਼ੂਰੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ, ਅਕਾਲ ਤਖਤ ਦੀ ਮਰਿਆਦਾ ਦੇ ਅਨੁਸਾਰ
अकाल पुरख दे हुक्म दे अनुसार ये जीव फिर मनुआ उत्थे प्रवान होए। ते फिर महाराज जी ने नदर की, जिसनों नदर करे सा सुहागन होए, वो फिर सुहागन हो गई। मनुआ जड़ियां स्त्रियां हन वो सुहागन हो के फिर सदा ਲਈ उस थिर घर ਦੇ ਵਿੱਚ ਬੈਠੀਆਂ। ਤੇ ਫਿਰ ਉੱਥੇ ਫਿਰ ਜਦੋਂ थिर घर ਵਿੱਚ ਆਪਣੇ ਪਤੀ ਦੇ ਨਾਲ ਡੂੰਘੀ ਸਾਂਝ ਪਾ ਲਈ ਤੇ ਫਿਰ ਪਤੀ ਨੇ ਕਿਹਾ ਭਈ ਆ ਹੁਣ ਮੈਂ ਤੈਨੂੰ ਆਪਣੇ ਘਰ ਤੇਰਾ ਸਹੁਰਾ ਘਰ ਦਿਖਾਵਾਂ, ਤੈਨੂੰ ਆਪਣੇ ਮਾਤਾ ਪਿਤਾ ਦੇ ਨਾਲ ਮਿਲਾਵਾਂ ਜਿੱਥੇ ਮੈਂ ਜਾ ਕੇ ਰਹਿਣਾ। ਫਿਰ ਉਹ ਪਤੀ ਪਰਮੇਸ਼ਰ ਕੀ ਕਹਿਣ ਲੱਗਾ, ਆ ਹੁਣ ਚੱਲੀਏ ਉਸ ਸੁਰਤੀ ਨੂੰ ਮਨਵਾ ਨੂੰ, ਉਹ ਜਿਹੜੀ ਸਮਝ ਹੈ, ਉਹ ਜਿਹੜੀ ਵਿਵੇਕ ਬੁੱਧ ਹੈ, ਉਹ ਜਿਹੜੀ ਮੱਤ ਹੈ ਉਸ ਨੂੰ ਲੈ ਕੇ ਚੱਲੇ ਹਨ। ਤੇ ਫਿਰ ਉਹ ਕਿਹਾ ਭਈ ਉੱਥੇ ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਕਹਿੰਦੇ ਮੇਰਾ ਘਰ, ਮੇਰਾ ਜਿਹੜਾ ਮਾਤਾ ਪਿਤਾ ਹੈ ਸ਼ਬਦ ਦਾ, ਗੁਰੂ ਦਾ ਜਿਹੜਾ ਸਤਿਗੁਰੂ ਹੈ ਉਹ ਉੱਪਰ ਹੈ, ਸਾਡੇ ਸਿਰ ਦੇ ਵਾਲਾਂ ਤੋਂ ਉੱਪਰ। ਗੁਰੂ ਕੇ ਚਰਨ ਅਕਾਲ ਪੁਰਖ ਜਿਹੜਾ ਪ੍ਰਕਾਸ਼ ਰੂਪ ਦੇ ਵਿੱਚ, ਜਿੱਥੇ ਸ਼ਬਦ ਰੂਪੀ ਗੁਰੂ ਤੇ ਇਹ ਮਨਵਾ ਜਾ ਕੇ ਸਮਾਏਗਾ। ਇਹ ਪਤੀ ਪਤਨੀ ਫਿਰ ਉੱਥੇ ਸਦਾ ਲਈ ਇਸ ਥਿਰ ਘਰ ਤੋਂ ਨਿਕਲ ਕੇ ਸੁਨ ਮੰਡਲ ਵਿੱਚ, ਜਿੱਥੇ ਪ੍ਰਕਾਸ਼ ਰੂਪ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੈ, ਜਿੱਥੇ ਠੰਡ ਹੀ ਠੰਡ ਹੈ, ਜਿੱਥੇ ਆਨੰਦ ਹੀ ਆਨੰਦ ਹੈ, ਜਿੱਥੋਂ ਆਉਣਾ ਹੈ ਉੱਥੋਂ ਫਿਰ ਇਹ ਜਾਵਣਾ। ਮਾਲਕ ਕਹਿੰਦੇ ਇੱਥੇ ਹੁਣ ਜਿੰਨਾ ਚਿਰ ਰਹਿਣਾ ਰਹਿ, ਫਿਰ ਜਦੋਂ ਤਰਲੋਕੀ ਵਿੱਚ ਜਾਣਾ ਹੈ, ਸ਼ਾਪਿੰਗ ਕਰਨ ਆਣਾ ਇੱਥੇ, ਫਿਰ ਉਹ ਫਿਰ ਮੱਤ ਜਿਹੜੀ ਲੈ ਕੇ ਆਣੀ, ਵਿਵੇਕ ਮੱਤ ਬੁੱਧ, ਇਹ ਸਾਰਾ ਕੁਝ ਉੱਥੋਂ ਲੈ ਕੇ ਆਣਾ ਹੈ। ਗਿਆਨ ਧਿਆਨ ਧੁਨਾ ਜਿੱਥੋਂ ਪ੍ਰਗਟ ਹੁੰਦੀਆਂ, ਜਿੱਥੋਂ ਇਹ ਪੰਜ ਖੰਡ ਪ੍ਰਗਟ ਹੋਏ ਹਨ, ਸਰਮ ਖੰਡ, ਧਰਮ ਖੰਡ, ਗਿਆਨ ਖੰਡ, ਕਰਮ ਖੰਡ, ਸੱਚ ਖੰਡ। ਜਪਜੀ ਸਾਹਿਬ ਵਿੱਚ ਮਹਾਰਾਜ ਜੀ ਨੇ ਦੱਸਿਆ, ਕਰ ਕਰ ਵੇਖੇ ਨਦਰ ਨਿਹਾਲ, ਜਿੱਥੇ ਮੱਤ ਘੜੀ ਜਾਂਦੀ ਹੈ, ਜਿੱਥੇ ਗਿਆਨ ਪ੍ਰਚੰਡ ਗਿਆਨ ਹੈ, ਗਿਆਨ ਖੰਡ ਮੇਂ ਗਿਆਨ ਪ੍ਰਚੰਡ। ਮਹਾਰਾਜ ਕਹਿੰਦੇ ਇੱਥੇ ਫਿਰ ਗਿਆਨ ਲਿੱਤਾ। ਇੱਥੋਂ ਸਾਰੀਆਂ ਚੀਜ਼ਾਂ ਧੁਨਾ ਲੈ ਕੇ ਇਹ ਬਣਤ ਜਦੋਂ ਬਣੀ, ਫਿਰ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਜਿਹੜਾ ਉੱਚੇ ਉੱਪਰ ਉੱਚਾ ਨਾਮ, ਜਿੱਥੇ ਮਾਲਕ ਦਾ ਉੱਚੇ ਤੋਂ ਉੱਪਰ ਉਹਦਾ ਨਾਮ ਹੈ, ਤਾਂ ਕਿ ਸਦ ਬਲਹਾਰੇ ਜਾਓ। ਫਿਰ ਉੱਥੋਂ ਬਲਹਾਰ ਜਾ ਕੇ ਇਹ ਮਨ ਉੱਥੇ ਤੱਕ ਜਦੋਂ ਫਿਰ ਦੇਖਦਾ ਹੈ, ਸੁਨ ਸੁਨ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਇਹ ਪੇਖਣ ਦਾ ਦੇਖਣ ਦਾ ਜਦੋਂ ਚਾਅ ਪੈਦਾ ਹੋਇਆ, ਵੀ ਰੋਜ਼ ਰੋਜ਼ ਉਸਤਤ ਸੁਣੀ ਸੀ ਨਿਰੰਕਾਰ ਦੀ, ਉਸਤਤ ਮਨ ਮੇ ਕਰ ਨਿਰੰਕਾਰ, ਕਰ ਮਨ ਮੇਰੇ ਸਤ ਬਿਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨੈਣੋ ਪੇਖ ਠਾਕੁਰ ਕਾਰਨ, ਅੱਖਾਂ ਦੇ ਨਾਲ ਫਿਰ ਦੇਖਿਆ, ਕੰਨਾਂ ਦੇ ਨਾਲ ਫਿਰ ਸੁਣਿਆ, ਤੇ ਰਸਨਾ ਦੇ ਨਾਲ ਬੋਲਿਆ। ਰਸਨਾ ਦੇ ਨਾਲ ਦੇਖਦੇ ਅੰਤਰ ਗੁਰ ਆਰਾਧਨਾ, ਅੰਦਰ ਫਿਰ ਉਸ ਦੀ ਆਰਾਧਨਾ ਸ਼ੁਰੂ ਹੋਈ। ਜੇਵਾ ਜਪ ਗੁਰੂ ਨਾਮ, ਜੇਵਾ ਦੇ ਨਾਲ ਜਪਿਆ। ਨੇਤਰੀ ਸਤਿਗੁਰ ਪੇਖਣਾ, ਅੱਖਾਂ ਦੇ ਨਾਲ ਫਿਰ ਦੇਖਿਆ। ਸਰਵਣੀ ਸੁਣਨਾ ਗੁਰੂ ਨਾਮ, ਕੰਨਾਂ ਦੇ ਨਾਲ ਸੁਣਿਆ। ਕਿਹੜਾ? ਉਹ ਨਾਮ, ਨਾਮ ਦੀ ਗੱਲ ਮਹਾਰਾਜ ਜੀ ਦੱਸ ਰਹੇ। ਤੇ ਮਹਾਰਾਜ ਇਸ ਤਰ੍ਹਾਂ ਕਹਿੰਦੇ, ਫਿਰ ਸਰਵਣੀ ਸੁਣਨਾ ਹਰ ਨਾਮ, ਸਤਿਗੁਰ ਸੇਤੀ ਰਤਿਆ। ਕਹਿੰਦੇ ਜਦੋਂ ਫਿਰ ਰਤੇ ਗਏ, ਰੰਗ ਦੇ ਵਿੱਚ ਮਜੀਠਾ ਰੰਗ ਚੜ ਗਿਆ, ਸਤਿਗੁਰ ਸੇਤੀ ਰਤ। ਫਿਰ ਦਰਗਹਿ ਪਾਈਏ ਥਾਂ, ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਥ ਦੇ, ਇਹ ਵਸਤੂ ਜਿਹਨੂੰ ਦੇਵੇ। ਜਗ ਮੈਂ ਤੁਮ ਕਾਢੀਏ, ਵਿਰਲੇ ਕਈ ਕੇ। ਮਹੱਲਾ ਪੰਜਵਾਂ। ਰੱਖੇ ਰੱਖਣਹਾਰ ਆਪ ਉਬਾਰੀਆਂ, ਗੁਰ ਕੀ ਪੈਰੀ ਪਾਏ, ਕਾਜ ਸਵਾਰੀਆਂ। ਹੋਵਾ ਆਪ ਦਿਆਲ, ਮਨੋ ਨਾ ਵਿਸਾਰੀਆਂ, ਸਾਧ ਜਨਾ ਕੇ ਸੰਗ ਭੌਜਲ ਧਾਰੀ। ਇਹ ਸਾਧੂ ਦੀ ਸੰਗਤ ਦੇ ਨਾਲ ਤੁਸੀਂ ਭੌਜਲ ਧਰ ਰਹੇ ਹੋ। ਸਾਕਤ ਨਿੰਦਕ ਦੁਸ਼ਟ ਖਿਨਮੈ ਬਦਾਰ, ਤਿਸ ਸਾਹਿਬ ਕੀ ਟੇਕ, ਨਾਨਕ ਮੰਨੇ ਮਾਏ। ਜਿਤ ਸਿਮਰਤ ਸੁਖ ਹੋਏ, ਇੱਕ ਨਹੀਂ ਸਗਲੇ ਦੁੱਖ ਜਾਏ। ਸਗਲੇ ਦੁੱਖਾਂ ਪਾਪਾਂ ਕਾ ਨਾਸ, ਤੇਰੇ ਭਜਨ ਕਾ ਪ੍ਰਤਾਪ। ਇਹ ਪ੍ਰਤਾਪ ਹੈ ਗੁਰੂ ਮਹਾਰਾਜ ਜੀ ਦਾ। ਸੋ ਇਹ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਹੋਣਗੀਆਂ। ਸੰਗਤਾਂ ਗੁਰੂ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਕਿਸੇ ਨੇ ਕੋਈ ਬਚਨ ਕਰਨਾ ਹੋਵੇ, ਕੋਈ ਸਵਾਲ ਪੁੱਛਣਾ ਹੋਵੇ, ਕਿਉਂਕਿ ਬਾਣੀ ਪੜ੍ਹਦਿਆਂ ਕੋਈ ਨਾ ਕੋਈ ਅੱਖਰ ਅੱਗੇ ਪਿੱਛੇ ਹੋ ਜਾਂਦਾ ਹੈ, ਤੇ ਮਾਲਕ ਬਖਸ਼ਣ ਵਾਲਾ ਹੈ। ਕਿਉਂਕਿ ਪਿਆਰ ਵਿੱਚ ਭਿੱਜਿਆ ਹੋਇਆ ਕਈ ਵਾਰੀ ਜ਼ਬਾਨ ਦੇ ਵਿੱਚੋਂ ਲਫ਼ਜ਼ ਹੋਰ ਬਣ ਜਾਂਦੇ ਹਨ।
ਤੋ ਇਸ ਕਰਕੇ ਮਹਾਰਾਜ ਜੀ ਦੇ ਅੱਗੇ ਫਿਰ ਬੇਨਤੀ ਕਰਦੇ ਹਾਂ, ਸੰਗਤਾਂ ਗੁਰੂ ਬਖਸ਼ਣ ਯੋਗ ਹੈ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਓ ਗੁਰੂ ਪਿਆਰਿਓ, ਕੋਈ ਕਿਸੇ ਦਾ ਕੁਐਸਚਨ ਹੋਵੇ ਆਪਾਂ 2-4-10 ਮਿੰਟ ਹੋਰ ਲਾ ਲੈਂਦੇ ਹਾਂ। ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ 8 ਵਜੇ ਤੱਕ 12-13 ਮਿੰਟ ਹਲੇ ਬਚੇ ਹਨ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਬਹੁਤ ਕਾ ਧੰਨਵਾਦ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਮੁਖ ਪਿਆਰਿਓ, ਹੁਣ ਤੱਕ ਸੁਣਦੇ ਰਹੇ ਪਰ ਸਮਝ ਨਹੀਂ ਸੀ। ਅੱਜ ਬਹੁਤ ਆਨੰਦ ਆਇਆ ਤੁਹਾਡੀ ਕਥਾ ਸੁਣ ਕੇ, ਕੱਲ ਵੀ ਤੇ ਅੱਜ ਵੀ। ਤਨ ਮਨ ਠੰਡਾ ਹੋ ਗਿਆ। ਵਾਹਿਗੁਰੂ ਜੀ ਅੱਗੇ ਲੈ ਕੇ ਜਾਓ ਸਾਨੂੰ। ਵਾਹਿਗੁਰੂ 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 ਵਾਹਿਗੁਰੂ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ। ਹਾਂਜੀ ਹਾਂਜੀ ਭੈਣੋ, ਅਸੀਂ ਆਪਣਾ ਜਿੰਨੀ ਵੀ ਸੰਗਤ ਸਾਡੇ ਨਾਲ, ਜੋ ਵੀ ਆਪਣੀ ਇਸ ਸੱਚੀ ਸੰਗਤ ਦੇ ਵਿੱਚ ਜੁੜੇ ਹਾਂ, ਸਾਡਾ ਇੱਕ ਪਰਿਵਾਰ ਹੈ ਤੇ ਇਸ ਪਰਿਵਾਰ ਦੇ ਵਿੱਚ ਕੋਈ ਵੀ ਇਸ ਖਜ਼ਾਨੇ ਤੋਂ ਵਾਂਝਾ ਨਾ ਰਵੇ, ਕਿਉਂਕਿ ਬੋਲਣਾ ਤੇ ਜੋ ਰਸਨਾ ਦੇ ਵਿੱਚ ਮਾਲਕ ਜਿਹੜਾ ਆਪ ਹੀ ਬੋਲਦਾ ਹੈ, ਆਪ ਹੀ ਦੇਖਦਾ, ਆਪ ਹੀ ਸੁਣਦਾ ਹੈ। ਇਹ ਸ਼ਬਦ ਗੁਰੂ ਹੀ ਬੋਲਦਾ, ਸਾਡੇ ਵਿੱਚ ਕੋਈ ਐਸੀ ਤਾਕਤ ਨਹੀਂ ਜੇ ਅਸੀਂ ਬੋਲ ਸਕੀਏ। ਤੇ ਜਿਸ ਤਰ੍ਹਾਂ ਗੁਰੂ ਬੁਲਾਏਗਾ ਉਹਦੇ ਹੁਕਮ ਵਿੱਚ ਰਹਿ ਕੇ ਬੇਨਤੀਆਂ ਕਰਾਂਗੇ, ਹਰ ਇੱਕ ਦੀ ਬੇਨਤੀ ਕਰਾਂਗੇ। ਮਾਲਕ ਜਿਨ੍ਹਾਂ ਦੇ ਕੋਈ ਵੀ ਰੁਕਾਵਟ ਹੈ ਮਹਾਰਾਜ ਦੂਰ ਕਰਨ, ਅਰਦਾਸ ਵੀ ਕਰਾਂਗੇ, ਬੇਨਤੀ ਵੀ ਕਰਾਂਗੇ। ਪਰ ਇਹ ਜਿਹੜਾ ਸੰਗਤ ਹੈ, ਹਾਂਜੀ ਜਿਵੇਂ ਆਪਾਂ ਸੁਣਨ ਚ ਜਾਂਦੇ ਆ ਹਨਾ, ਸ਼ਬਦ ਵੀ ਸੁਣਦੇ ਆ, ਪਰ ਅੱਗੇ ਜੇ ਕੋਈ ਰਸਤਾ ਨਹੀਂ ਦਿਖਦਾ ਹੈਗਾ। ਇੱਥੇ ਕਾਫੀ ਟਾਈਮ ਤੋਂ ਅਟਕੇ ਹੋਏ ਆ ਜੀ ਅਸੀਂ। ਹਾਂ, ਬਸ ਸ਼ਬਦ ਜਿਹੜੇ ਤੁਸੀਂ ਸੁਣ ਰਹੇ ਹੋ ਨਾ ਭੈਣ ਜੀ, ਸ਼ਬਦ ਸੁਣੇ ਜਮ ਦੂਰੋਂ ਭਾਗੇ, ਜਮ ਤੇ ਤੁਹਾਡੇ ਕੋਲੋਂ ਦੂਰ ਭੱਜ ਗਏ। ਤੇ ਹੁਣ ਸ਼ਬਦਾਂ ਦੇ ਵਿੱਚੋਂ ਅੱਗੇ ਆਪਾਂ ਜਿਹੜੇ ਤੁਸੀਂ ਸ਼ਬਦ ਸੁਣ ਰਹੇ ਹੋ, ਇਹਨਾਂ ਨੂੰ ਇਹ ਸਾਹਮਣੇ ਕਰਕੇ ਆਪਣੇ ਫਿਰ ਘਰ ਦੇ ਵਿੱਚ ਸਾਹਮਣੇ, ਜਿੱਥੇ ਦਰ ਦੇ ਉੱਤੇ ਤੁਸੀਂ ਬੈਠੇ ਹੋ, ਇਸ ਦਰ ਦੇ ਵਿੱਚ ਬਹਿਣਾ, ਇਸ ਸ਼ਬਦਾਂ ਦੇ ਵਿੱਚ ਤੁਸੀਂ ਸਮਾਣਾ ਸਿੱਖੋ। ਤੇ ਜੇ ਤੁਹਾਡਾ ਮਨ ਸਮਾਉਂਦਾ ਕਿ ਨਹੀਂ ਸਮਾਉਂਦਾ ਹਲੇ, ਇਹ ਦੱਸੋ ਪਹਿਲਾਂ। ਹਾਂਜੀ ਵਾਹਿਗੁਰੂ ਜੀ, ਸਰੀਰ ਜਿਵੇਂ ਬਿਲਕੁਲ ਰੁਕ ਜਾਂਦਾ ਹੈ, ਸਿਮਰਨ ਕਰਦੇ ਕਰਦੇ ਮੂੰਹ ਵੀ ਬੰਦ ਹੋ ਜਾਂਦਾ ਆ, ਤੇ ਪਤਾ ਨਹੀਂ ਲੱਗਦਾ ਵੀ ਨੀਂਦ ਆ ਜਾਂਦੀ ਹੈ, ਪਰ ਅੱਗੇ ਨਹੀਂ ਅਜੇ ਕੁਝ ਵੀ ਨਜ਼ਰ ਆਉਂਦਾ ਜੀ। ਕਿੰਨਾ ਚਿਰ ਸ਼ਬਦ ਦੇ ਵਿੱਚ ਸਮਾਉਂਦੇ ਹੋ ਤੁਸੀਂ? ਅੱਧਾ ਘੰਟਾ ਵੀ ਲੱਗ ਜਾਂਦਾ ਹੈ, ਜ਼ਿਆਦਾ ਵੀ ਲੱਗ ਜਾਂਦਾ ਹੈ ਜੀ, ਪਰ ਅੱਗੇ ਕੁਝ ਨਜ਼ਰ ਨਹੀਂ ਆਉਂਦਾ। ਬਸ ਸ਼ਬਦਾਂ ਦੇ ਵਿੱਚ ਜਦੋਂ ਸਮਾਨਾ ਆਪਾਂ ਸਿੱਖ ਗਏ ਤੇ ਫਿਰ ਉਸ ਤੋਂ ਬਾਅਦ ਫਿਰ ਅੱਗੇ ਫਿਰ ਮਿਲਾਪ ਹੀ ਹੈ ਗੁਰੂ ਪਿਆਰਿਓ। ਹੋਰ ਤਾਂ ਜਿਸ ਤਰ੍ਹਾਂ ਇਹ ਸ਼ਬਦ ਜਿਹੜੇ ਹਨ, ਜਿਹੜੇ ਅੰਦਰ ਸਾਡੇ 5 ਸ਼ਬਦ, ਹੁਣ ਤੁਹਾਡੇ 5 ਸ਼ਬਦ ਦੇ ਵੀ ਕੋਈ ਚਮਕਾਰ ਪਈ ਹੈ, ਜਿਹੜੇ ਨਰਮਾਇਲ 5 ਸ਼ਬਦ ਹਨ। ਤਪਲੇ ਦੀ ਆਵਾਜ਼ ਹੈ, ਹਾਂਜੀ, ਚਿੜੀਆਂ ਦੀ ਆਵਾਜ਼ ਆਉਂਦੀ ਹੈ, ਛਾਂ ਛਾਂ ਦੀ ਆਵਾਜ਼ ਆਉਂਦੀ ਹੈ। ਹਾਂਜੀ, ਇਹ ਅਨਹਦ ਬਾਣੀ ਦੇ ਸ਼ਬਦ ਹਨ। ਹਾਂਜੀ ਭੈਣ ਜੀ, ਜਿਹੜੇ 5 ਸ਼ਬਦ ਨੇ ਉਹ ਅਲੱਗ ਨੇ। ਜਿਸ ਤਰ੍ਹਾਂ ਤਪਲੇ ਦੀ ਆਵਾਜ਼ ਹੈ, ਹਾਰਮੋਨੀਅਮ ਦੀ ਆਵਾਜ਼ ਹੈ, ਹਾਂਜੀ, ਇਹ ਜਿਸ ਤਰ੍ਹਾਂ ਰਬਾਬ ਦੀ ਆਵਾਜ਼ ਹੈ, ਬਾਂਸੁਰੀ ਦੀ ਆਵਾਜ਼ ਹੈ। ਹਾਂਜੀ, ਇਹ 5 ਸ਼ਬਦ ਜਿਹਨੂੰ ਕਹਿੰਦੇ 5 ਪ੍ਰਮਾਣ, 5 ਪ੍ਰਦਾਨ, 5 ਪਾਵੇ, ਇਹਨਾਂ ਨੂੰ ਦਰਗਾਹ ਦੇ ਵਿੱਚ ਨਰਮਾਲ ਸ਼ਬਦ ਇਹ ਵੱਜਦੇ ਸਾਡੇ। ਇਹਦੇ ਤੋਂ ਬਾਅਦ ਫਿਰ ਤੁਹਾਡੇ ਉੱਤੇ ਕਿਰਪਾ ਹੋਏਗੀ, ਮਤਲਬ ਜਿਸ ਤਰ੍ਹਾਂ ਪਿਆਰੀ ਜੀ ਬੰਸਰੀ ਦੀ ਆਵਾਜ਼ ਤੁਹਾਨੂੰ ਸੁਣਾਈ ਦੇਗੀ, ਜਾਂ ਫਿਰ ਤਪਲੇ ਦੀ ਇੰਨੀ ਜ਼ੋਰ ਦੀ ਤਾਲ ਤੁਹਾਡੇ ਅੰਦਰ ਵੱਜੇਗੀ ਕਿ ਠੰਡ ਪੈ ਜਾਏਗੀ। ਤੁਸੀਂ ਕਹੋਗੇ ਵੀ ਇਹ ਇੱਕਦਮ ਤਪਲਾ ਕਿੰਨੇ ਵਜਾਤਾ। ਇਸ ਤਰ੍ਹਾਂ ਇਹ ਧੁਨਾਂ ਅੰਦਰ ਚੱਲਣਗੀਆਂ 5 ਸ਼ਬਦਾਂ ਦੀਆਂ, ਤੇ ਇੱਕ ਸ਼ਬਦ ਹੋ ਜਾਏਗਾ, ਇੱਕ ਰਸ ਹੋ ਜਾਏਗਾ। ਉਹ ਰਸ ਦੇ ਵਿੱਚ ਮਗਨ ਹੋ ਜਾਂਦਾ ਹੈ। ਪੈਰਾਂ ਤੋਂ ਲੈ ਕੇ ਸਿਰ ਤੱਕ ਇਹ ਸ਼ਬਦ ਫਿਰ ਅੰਦਰ ਰੋਮ ਰੋਮ ਦੇ ਵਿੱਚ ਜਿੱਦਾਂ ਚਿਮਟੇ ਵੱਜਦੇ, ਜਿੱਦਾਂ ਅੰਦਰ ਚੱਲਣਗੇ ਰੋਮਾਂ ਦੇ। ਅੰਮ੍ਰਿਤ ਜਲ ਚੱਲੇਗਾ ਇਹਨਾਂ ਰੋਮਾਂ ਦੇ ਵਿੱਚੋਂ, ਠੰਡਾ ਠੰਡਾ, ਜਿਹੜਾ ਸੁਣ ਦੇ ਵਿੱਚੋਂ। ਜਿੱਥੇ ਸਾਡਾ ਪਿੰਡਾ ਹੱਥ ਨੰਗੇ ਹਨ, ਪੈਰ ਨੰਗੇ, ਬਾਹਾਂ ਤੇ ਪਵੇਗਾ, ਮੂੰਹ ਤੇ ਪਵੇਗਾ, ਬੁੱਲਾਂ ਤੇ ਪਵੇਗਾ, ਮੱਥੇ ਤੇ ਪਵੇਗਾ, ਛੋਟੀਆਂ ਛੋਟੀਆਂ ਬੂੰਦਾਂ। ਇਹ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ। ਇਹ ਅੰਮ੍ਰਿਤ ਰਸ ਆ ਰਿਹਾ ਭੈਣ ਜੀ ਤੁਹਾਨੂੰ? ਹਾਂਜੀ, ਹਰ ਰਸ ਆਉਂਦਾ ਹੈ ਜੀ, ਅਜੇ ਮਿੱਠਾ ਨਹੀਂ ਹੋਇਆ। ਜਿੱਦਾਂ ਬੋਡੀ ਸੁੰਨ ਹੋ ਜਾਂਦੀ ਹੈ, ਹਾਂਜੀ, ਠੰਡਾ ਹੋ ਜਾਂਦਾ ਸਰੀਰ। ਹੁਣ ਵੀ ਕਥਾ ਸੁਣਦੇ ਸੁਣਦੇ ਬਿਲਕੁਲ ਠੰਡਾ ਹੋ ਗਿਆ ਜੀ। ਹਾਂਜੀ, ਕੋਈ ਨਹੀਂ, ਆਪਾਂ ਫਿਰ ਕੱਲ ਤੋਂ ਆਪਾਂ ਫਿਰ ਥੋੜਾ ਜਿਹਾ ਧਿਆਨ ਦੇ ਵਿੱਚ ਆਪਾਂ ਬੈਠਾਂਗੇ।
ਹੌਲੀ ਹੌਲੀ ਜਿੱਦਾਂ ਮਨ ਦੇ ਸਥਾਨ ਤੇ ਬੈਠਾਂਗੇ, ਫਿਰ ਆਪਣਾ ਥਿਰ ਘਰ ਵਿੱਚ ਬੈਠਾਂਗੇ, ਹੌਲੀ ਹੌਲੀ ਪ੍ਰਕਾਸ਼ ਮਹਿਲ ਹੀ ਚੱਲਾਂਗੇ। ਸਾਰਾ ਕੁਝ ਜੋ ਠੀਕ ਵੀ ਹੈ ਮਾਲਕ ਨੇ ਉੱਥੋਂ ਸਾਨੂੰ ਦਿੱਤਾ ਨਾ, ਆਪਾਂ ਸਾਰਾ ਹੌਲੀ ਹੌਲੀ ਵੰਡਾਂਗੇ ਖਜ਼ਾਨਾ। ਤੇ ਇਸੇ ਠੀਕ ਤਰ੍ਹਾਂ ਹੈ ਜੀ। ਕਿਰਪਾ ਮਹਾਰਾਜ ਜੀ ਦੀ ਸਾਰਿਆਂ ਤੇ ਹੋਵੇ। ਕਿਰਪਾ ਤੇ ਕਰੋ ਆਪਾਂ ਫਿਰ ਵਾਹਿਗੁਰੂ ਜੀ। ਜਿੱਦਾਂ ਕੀਰਤਨ ਦਰਬਾਰਾਂ ਵਿੱਚ, ਤੁਸੀਂ ਕਿੱਥੋਂ ਬੋਲ ਰਹੇ ਭੈਣ ਜੀ? ਅਸੀਂ ਕੈਲਗਰੀ ਤੋਂ ਬੋਲਦੇ ਹਾਂ ਜੀ, ਇੱਥੇ ਹੀ ਕੈਨੇਡਾ ਤੋਂ। ਕੈਨੇਡਾ ਤੋਂ? ਕੈਲਗਰੀ ਤੋਂ, ਹਾਂਜੀ ਕੈਲਗਰੀ ਤੋਂ ਬੋਲਦੇ ਅੱਛਾ ਅੱਛਾ, ਠੀਕ ਹੈ ਜੀ। ਹਾਂ। ਹਾਂਜੀ ਤੁਸੀਂ ਹੋਈ, ਮੈਂ ਕਿਹਾ 2-3 ਦਿਨਾਂ ਤੋਂ ਹੀ ਜੁਆਇਨ ਹੋਏ ਹੋ? ਹਾਂਜੀ ਹੁਣੇ ਹੀ ਹੋਈ ਹੈ ਜੀ ਮੈਂ। ਹਾਂਜੀ ਰਾਜਵਿੰਦਰ ਚਲੋ। ਭੈਣ ਜੀ ਨੇ ਦੱਸਿਆ ਸੀਗਾ ਜੀ ਮੈਨੂੰ। ਹਾਂਜੀ ਅੱਛਾ ਅੱਛਾ, ਸਾਰੇ ਪਹਿਲਾਂ ਸਭ ਤੋਂ ਪਹਿਲਾਂ ਹਰਜੀਤ ਭੈਣ ਜੀ ਸਾਡੇ ਨਾਲ ਜੁੜੇ ਸੀ, ਜਿਹੜੇ ਉੱਥੇ ਮਿਲੇ ਵੀ ਸੀ ਸਾਨੂੰ। ਤੇ ਹਾਂਜੀ ਉਹ ਵੀ ਜਾਣਦੇ ਆ ਜੀ। ਹਾਂਜੀ ਸਾਨੂੰ ਅੱਧਾ ਕੁ ਘੰਟੇ ਦਾ ਟਾਈਮ ਮਿਲਿਆ ਸੀਗਾ ਇੱਕੋ ਵਾਰੀ, ਕਿਉਂਕਿ ਉੱਥੇ ਗੁਰਮੁਖ ਬਹੁਤ ਆਏ ਹੋਏ। 5 ਪਿਆਰਿਆਂ ਦੇ ਨਾਲ ਹਾਂਜੀ ਰਹੇ ਹਾਂ ਅਸੀਂ ਆਪ ਉੱਥੇ, ਸਮਝੋ ਸਾਡਾ ਜਨਮ ਹੀ ਉੱਥੇ ਹੋਇਆ। ਤੇ ਅੱਜ ਅਸੀਂ ਠੀਕ ਹੈ 18-20 ਜੀ। ਦਿਨਾਂ ਦੇ ਹੋਏ ਹਾਂ ਹਾਲੇ, ਜਿਹੜਾ ਸਾਡਾ ਸਤਿਗੁਰ ਦੇ ਘਰ ਜਨਮ ਹੋਇਆ। ਤੇ ਇੱਥੋਂ ਫਿਰ ਆਪਾਂ ਠੀਕ ਚਲੋ ਹੈ ਜੀ। ਅੱਗੇ, ਹੁਣ ਮਾਲਕ ਨੇ ਕਿਰਪਾ ਪਹਿਲਾਂ ਹੀ ਕੀਤੀ ਹੋਈ ਸੀ, ਹੁਣ ਹੋਰ ਕਿਰਪਾ ਕਰਤੀ ਹੈ। ਤੇ ਮਾਲਕ ਸਾਨੂੰ ਚਾਬੀਆਂ ਵੀ ਮਿਲੀਆਂ ਗੁਰਮੁਖਾਂ ਕੋਲੋਂ ਸੁਖਮ ਦੇ ਵਿੱਚ, ਅੱਛਾ ਕਿ ਉਹਨਾਂ ਨੂੰ ਪੁੱਛਿਆ ਵੀ ਸੀ ਆਪਾਂ ਵੀ ਇਹ ਚਾਬੀਆਂ ਮਤਲਬ ਦੱਸੋ ਤੁਸੀਂ ਸਾਨੂੰ ਸੁਖਮ ਵਿੱਚ ਕਿਉਂ ਫੜਾਈਆਂ? ਤੇ ਅੱਛਾ ਗੁਰਮੁਖ ਜੀ, ਇਹ ਸੁਖਮ ਚ ਕਹਿੰਦੇ ਫੜਾਈਆਂ। ਕੱਲ ਮੈਨੂੰ ਇਹ ਸਮਝ ਨਹੀਂ ਸੀ ਆਈ ਗੱਲ, ਤੇ ਮੈਂ ਹਾਂਜੀ, ਹਰਜੀਤ ਭੈਣ ਜੀ ਨੂੰ ਮੈਂ ਪੁੱਛਦੀ ਨਾਮ ਸੀਗੀ ਦੱਸਦਾ ਵੀ ਇਹ ਕਿਉਂਕਿ ਆਪਣਾ ਚਾਬੀਆਂ। ਵਡਿਆਈ ਹੋ ਜਾਂਦੀ ਹੈ। ਉੱਥੇ ਗੁਰਮੁਖ ਪਿਆਰਿਆਂ ਨੇ ਸਾਨੂੰ ਸੁਖਮ ਦੇ ਵਿੱਚ ਚਾਬੀਆਂ ਫੜਾਈਆਂ। ਤੇ ਜਦੋਂ ਅਸੀਂ ਸਵੇਰੇ 3 ਤੋਂ 5 ਉੱਥੇ ਗੁਰੂ ਦਰਬਾਰ ਦੇ ਵਿੱਚ ਗੁਰਮੰਤਰ ਦਾ ਅਭਿਆਸ ਕਰਦੇ, 3 ਤੋਂ 5, ਫਿਰ 5 ਤੋਂ 6 5 ਬਾਣੀਆਂ। ਉਸ ਤੋਂ ਬਾਅਦ ਕਥਾ ਭਾਈ ਸਾਹਿਬ ਨੇ ਕੀਤੀ, ਸਾਡੇ ਜਗਤਾਰ ਸਿੰਘ ਭਾਜੀ ਸਾਡੇ ਨਾਲ ਹੀ ਆਪਣੇ ਉੱਥੇ ਗਏ ਹੋਏ ਸਨ, ਹਾਲੇ ਉੱਥੇ ਹੀ ਨੇ ਠੀਕ 5 ਤਰੀਕ ਤੱਕ ਉੱਥੇ। ਠੀਕ ਮੈਂ ਹੈ। ਵੀ 5 ਤੱਕ ਉੱਥੇ ਸੀ, ਪਰ ਮੈਂ ਪਹਿਲਾਂ ਆ ਗਿਆ, ਥੋੜਾ ਕੰਮ ਪੈ ਗਿਆ ਸੀ। ਸੋ ਉਹਨਾਂ ਨੇ ਜਦੋਂ ਬਾਹਰ ਨਿਕਲੇ ਆ, ਤੇ ਉਹਨਾਂ ਗੁਰਮੁਖਾਂ ਨੇ ਮੈਨੂੰ ਜੋੜੇ ਘਰ ਦੇ ਵਿੱਚ ਆਪਾਂ ਜੋੜੇ ਪਾਉਣ ਲੱਗੇ, ਤੇ ਉਹ ਮੈਨੂੰ ਗੱਲ ਵਕੜੀ ਚ ਲੈ ਲਿਆ ਉਹਨਾਂ ਨੇ। ਮੈਂ ਕਹਿਣ ਲੱਗਾ ਵੀ ਠੀਕ ਮੈਂ ਉਹਨਾਂ ਨੂੰ ਆਪਣਾ ਪ੍ਰੈਕਟੀਕਲ ਦੱਸਣ ਲੱਗਾ, ਤੇ ਉਹ ਗੁਰਮੁਖ, ਮੈਂ ਕਿਹਾ ਇੱਥੇ ਫਿਰ ਠੀਕ ਨਹੀਂ, ਹਲੇ ਹੋਰ ਵੀ ਸੰਗਤ ਆ ਰਹੀ ਹੈ। ਤੇ ਇਕੱਲੇ ਦੇ ਵਿੱਚ ਉਹਨਾਂ ਨੇ ਫਿਰ ਉਹ ਮੈਨੂੰ, ਉਹ ਸਮਾਂ ਵੀ ਮਿਲਿਆ, ਉਹ ਆਏ ਸਾਨੂੰ ਪ੍ਰਸ਼ਾਦੇ ਵਾਸਤੇ ਲੈ ਕੇ ਕਿਤੇ ਬਾਹਰ ਲੈ ਗਏ। ਤੇ ਉਹਨਾਂ ਨੇ ਫਿਰ ਮੈਨੂੰ, ਮੈਂ ਉਹਨਾਂ ਨੂੰ ਇੱਕ ਪਾਸੇ, ਮੈਂ ਕਿਹਾ 5 ਮਿੰਟ ਮੈਨੂੰ ਸਮਾਂ ਦਿਓ। ਤੇ ਮੈਨੂੰ ਸਮਝ ਨਹੀਂ ਆਈ ਪਈ, ਸੁਖਮ ਦੇ ਵਿੱਚ ਤੁਸੀਂ ਮੈਨੂੰ ਫੜਾਈਆਂ ਚਾਬੀਆਂ। ਤੇ ਕਹਿੰਦੇ ਸੰਗਤ ਦੇ ਵਾਸਤੇ ਹੁਣ ਤੁਸੀਂ ਅੱਗੇ ਜਿਸ ਤਰ੍ਹਾਂ ਕਿਰਪਾ ਕਰਨੀ, ਅੱਗੇ ਤੁਸੀਂ ਸਾਰਿਆਂ ਦੇ ਨਾਲ ਜੁੜ ਕੇ ਇਹ ਖਜ਼ਾਨਾ ਖੋਲਣਾ, ਇਹ ਚਾਬੀਆਂ ਨੇ। ਤੇ ਉਦਾਂ ਉਹਨਾਂ ਨੇ ਪੂਰੀ ਤਰ੍ਹਾਂ ਨਹੀਂ ਦੱਸਿਆ, ਪਰ ਹੱਸ ਮੁਸਕਰਾਏ, ਫਿਰ ਗੱਲ ਵਕੜੀ ਵਿੱਚ ਲਿਆ ਉਹਨਾਂ ਨੇ। ਤੇ ਬਹੁਤ ਹੀ ਆਨੰਦ ਵਿੱਚ 4 ਪਿਆਰਿਆਂ ਦੇ ਨਾਲ, ਇੱਕ ਤਾਂ ਚਲੇ ਗਏ ਅਮਰੀਕਾ, 4ਾਂ ਦੇ ਨਾਲ ਅਸੀਂ ਰਹੇ, ਜਿਨ੍ਹਾਂ ਨੇ ਇਹ ਸਾਡਾ ਕਾਰਜ ਜਿਹੜਾ ਅੱਗੇ ਕੀਤਾ ਹੈ। ਉਹਨਾਂ ਦੇ ਘਰ ਵਿੱਚ ਹੀ ਰਹੇ ਹਾਂ, ਤੇ ਨਾਲ ਸੰਗ ਵੀ ਹੁੰਦਾ ਰਿਹਾ ਰੋਜ਼, ਕਦੀ ਕਿਸੇ ਦੇ ਘਰ, ਕਦੀ ਗੁਰੂ ਘਰਾਂ ਦੇ ਵਿੱਚ, ਕੀਰਤਨ ਦਰਬਾਰਾਂ ਵਿੱਚ। ਏਦਾਂ ਸਮਾਂ ਉਹ 14-15 ਦਿਨ ਹੋਰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੇ ਮੈਂ ਕਿਹਾ ਚਲੋ ਇਹ ਖਜ਼ਾਨਾ ਜਿਹੜਾ ਆਪਣੇ ਪਰਿਵਾਰ ਵਿੱਚ ਜਾ ਕੇ ਵੰਡਾਂਗੇ। ਸੋ ਸਾਰਾ ਇਹ ਸਾਡਾ ਠੀਕ ਪਰਿਵਾਰ ਹੈ, ਸੰਗਤ ਹੈ। ਤੋ ਗੁਰੂ ਠੀਕ ਹੈ ਜੀ। ਪਿਆਰਿਓ, ਵਾਹਿਗੁਰੂ ਇਸ ਤਰ੍ਹਾਂ। ਹਾਂਜੀ ਹਾਂਜੀ, ਹੋਰ ਬਹੁਤ ਕਿਸੇ ਬਹੁਤ ਨੇ ਕੁਛ? ਧੰਨਵਾਦ। ਕਿਰਪਾ ਕਰੇ ਜੀ। ਹਾਂਜੀ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਬੋਲਦੀ ਹਾਂ ਇੱਥੋਂ ਕੈਨੇਡਾ, ਟੋਰਾਂਟੋ ਤੋਂ। ਜਦੋਂ ਅੰਮ੍ਰਿਤ ਸੰਚਾਰ ਹੋਇਆ ਸੀ, ਮੈਂ BC ਤੁਹਾਡੇ ਨਾਲ ਵੀ ਸੀਗੀ। ਹਾਂਜੀ ਅੱਛਾ ਅੱਛਾ ਅੱਛਾ, ਹਾਂਜੀ ਹਾਂਜੀ, ਹਾਂਜੀ। ਠੀਕ ਹੈ। ਤੇ ਹਾਂਜੀ, ਬਹੁਤ ਕਿਰਪਾ ਉਦੋਂ ਦੀ, ਜਿਵੇਂ ਅਵਸਥਾ ਵਾਹ ਵਿੱਚ ਕਾਫੀ ਚੇਂਜਸ ਆਈਆਂ। ਹਾਂਜੀ, ਸਹਿਜ ਬਣਿਆ ਹੁਣ ਤਾਂ, ਵਾਹ ਪ੍ਰੈਕਟੀਕਲ ਵਾਹ, ਵੀ। ਹਾਂਜੀ, ਤੇ ਮੇਰਾ ਸਵਾਲ ਸੀ ਭਾਈ ਸਾਹਿਬ ਜੀ, ਮੈਂ ਨਾ ਕੱਲ ਰੋਮ ਸਿਮਰਨ ਦੀ ਪ੍ਰੈਕਟਿਸ ਕਰਦੀ ਸੀ, ਵੀ ਨਬਜ਼ ਤੇ ਹੱਥ ਰੱਖ ਕੇ। ਤੇ ਫਿਰ ਮੇਰੇ ਨਾ ਹੁਣ ਜਿਵੇਂ ਮੇਰਾ ਦਿਲ ਧੜਕਦਾ, ਤੇ ਦਿਲ ਦੇ ਨਾਲ ਮੇਰੇ ਸਿਰ 'ਚ ਵੀ ਧੜਕਣ ਹੁੰਦੀ ਹੈ। ਮੈਨੂੰ ਸਮਝ ਨੀ ਲੱਗਦੀ ਕਿ ਇਹ ਕੀ ਹਾਂਜੀ ਚੀਜ਼ ਹੈ। ਹਾਂਜੀ ਉਹਦਾ ਮੈਨੂੰ ਔਖਾ ਨਹੀਂ ਕੋਈ ਫੀਲ ਹੁੰਦਾ, ਕੋਈ ਨਹੀਂ ਲੱਗਦਾ, ਪਰ ਜਸਟ ਹਾਂਜੀ। ਕਦੀ ਮੇਰੇ ਆਉਣ ਲੱਗਦਾ, ਮੇਰਾ ਜਿਹੜਾ ਦਿਲ ਹੈ ਉਹ ਸਿਰ 'ਚ ਆ ਕੇ ਧੜਕਣ ਲੱਗ ਪਿਆ ਹੈ। ਹਾਂ, ਉਹ ਪਲਸ ਜਿਹੜੀ ਹੈ ਨਾ, ਜਿਹੜੀ ਸਾਡੀ ਸੁਖਮਨਾ ਨਾੜੀ ਹੈ, ਹਾਂਜੀ ਉਹ ਇਸ ਕਰਕੇ ਹੀ ਉਹ ਸਾਡਾ ਜਿਹੜਾ ਖੱਬੀ ਬਾਂਹ ਤੇ ਸੱਜੇ ਬਾਂਹ ਦਾ ਅੰਗੂਠਾ ਰੱਖਦੇ ਨੇ ਭਾਈ। ਜਿਸ ਤਰ੍ਹਾਂ ਹਕੀਮ, ਪਹਿਲਾਂ ਡਾਕਟਰ ਇਹ ਟੂਟੀਆਂ ਨਹੀਂ ਹੁੰਦੀਆਂ ਸੀ, ਤੇ ਹਕੀਮ ਦੇਖਦੇ ਸੀ ਵੀ ਇਹਨੂੰ ਕਿੰਨੇ ਚਿਰ ਦਾ ਬੁਖਾਰ ਹੈ, ਜਾਂ ਕਿੰਨੀ ਵਾਰੀ ਇਹ ਪਲਸ ਚੱਲਦੀ ਹੈ। ਇੱਥੇ ਹਾਂਜੀ ਜਦੋਂ ਅਸੀਂ ਦਬਾਉਂਦੇ ਹਾਂ, ਇਹ ਸੁਖਮਨਾ ਨਾੜੀ ਹੈ ਸਾਡੇ ਇੱਥੇ। ਇਹ ਠੀਕ ਹੈ ਸੁਖਮਨਾ ਸਾਡੀ ਰੀੜ ਦੀ ਹੱਡੀ ਤੋਂ ਹੁੰਦੇ ਦਿਲ ਦੀ ਧੜਕਣ ਤੇ ਵੀ ਹੈ। ਤੇ ਹਾਂਜੀ ਸੁਖਮਨਾ ਦੇ ਜਿਹੜੇ
ਜਿਹੜੇ ਨੇ ਉਹ ਸੁੰਗੜੇ ਹੋਏ ਨੇ। ਜਿਸ ਤਰ੍ਹਾਂ ਠੀਕ ਮਾਤਾ ਹੈ। ਦਾ ਬੱਚਾ ਪੀਂਦਾ ਨਾ ਤੇ ਦੁੱਧ ਜਿਹੜਾ ਨਹੀਂ ਜਾਂਦਾ, ਜਿਸ ਵੇਲੇ ਉਹ ਬੱਚਾ ਪੀਂਦਾ ਤੇ ਫਿਰ ਉਹ ਦੁੱਧ ਨਿਕਲਦਾ, ਉਹ ਨਾੜੀ ਸੁੰਗੜੀ ਹੁੰਦੀ ਹੈ। ਇਸੇ ਤਰ੍ਹਾਂ ਸੁਖਮਨਾ ਨਾੜੀ ਦਾ ਜਿਹੜਾ ਮੂੰਹ ਹੈ ਨਾ, ਉਹ ਸੁੰਗੜਿਆ ਹੋਇਆ ਹੈ। ਤੇ ਜਦੋਂ ਤੁਸੀਂ ਇਸ ਨਬਜ਼ ਤੇ ਪੈਰ ਰੱਖਦੇ ਹੋ, ਦਿਲ ਦੀ ਧੜਕਨ ਤੇ ਉਹਦਾ ਮੂੰਹ ਖੁੱਲਦਾ ਸੁਖਮਨਾ ਦਾ। ਤੇ ਮੂੰਹ ਖੁੱਲਣ ਦੇ ਨਾਲ ਉਹ ਪਲਸਾਂ ਦੇ ਵਿੱਚੋਂ ਹੁੰਦਾ ਹੋਇਆ ਨਾ, ਰੀੜ ਦੀ ਹੱਡੀ ਤੋਂ ਪੂਰੇ ਮਸਤਕ ਤੋਂ ਸਾਡੇ ਇਹ ਸੁਖਮਨਾ ਦੇ ਜਿਹੜੇ ਅੰਦਰ ਰਾਗ ਚੱਲਦੇ ਹਨ, ਇਹ ਫਿਰ ਈੜਾ ਪਿੰਗਲਾ ਸੁਖਮਨਾ ਪਵਨੇ ਬੰਦ ਰਹਾਉਗੋ, ਚੰਦ ਸੂਰਜ ਦੋ ਸਮਕਰ ਰੱਖੋ, ਬ੍ਰਹਮ ਜੋਤ ਮਿਲ ਜਾਓਗੇ। ਇਹ ਨਾਮਦੇਵ ਜੀ ਦਾ ਸ਼ਬਦ ਹੈ ਗੁਰਬਾਣੀ ਦੇ ਵਿੱਚ। ਤੇ ਇਹ ਚੰਦ ਸੂਰਜ ਦੀ ਗੰਢ ਦੇ ਬਾਰੇ ਆਪਾਂ ਖੋਲਣ ਦਾ ਤਰੀਕਾ, ਜਿਸ ਤਰ੍ਹਾਂ ਆਪਾਂ ਇਹਦੇ ਅੱਗੇ ਕਥਾ ਦੇ ਵਿੱਚ ਆਪਾਂ ਕਰਾਂਗੇ। ਤੇ ਇਹ ਤੁਹਾਡਾ ਜਿਹੜਾ ਇਹ ਮਸਤਕ ਤੱਕ ਵੀ ਇਹ ਨਾੜੀ ਜਿਹੜੀ ਸੁਖਮਨਾ ਜਿਹੜੀ ਨਾ, ਨੱਕ ਦੀ ਸੀਧ ਦੇ ਵਿੱਚੋਂ ਸਾਡੇ ਮੱਥੇ ਤੋਂ ਹੁੰਦੀ ਹੋਈ ਅੰਦਰ ਜਾ ਰਹੀ ਹੈ। ਖੱਬਾ ਪਾਸਾ ਜਿਹੜਾ ਸਾਡਾ ਈੜਾ ਤੇ ਪਿੰਗਲਾ, ਇਹ ਦੋ ਪਾਸੇ ਹਨ। ਇਹ ਕੰਨ ਜਿਹੜੇ ਲਗਾ ਲਓ ਤੁਸੀਂ, ਭਈ ਇੱਕ ਪਾਸੇ ਈੜਾ ਤੇ ਇੱਕ ਪਾਸੇ ਪਿੰਗਲਾ, ਇੱਕ ਪਾਸੇ ਗਰਮੈਸ਼ ਹੈ, ਇੱਕ ਪਾਸੇ ਠੰਡਕ ਹੈ। ਤੇ ਇਹਨੂੰ ਚੰਦ ਸੂਰਜ ਵੀ ਕਿਹਾ ਹੈ। ਚੰਦਰਮਾ ਵਾਲਾ ਪਾਸਾ ਖੱਬਾ ਹੈ, ਇਹ ਠੰਡਾ ਪਾਸਾ ਹੈ। ਸੱਜੇ ਪਾਸੇ ਸੂਰਜ ਹੈ। ਤੇ ਇੱਧਰ ਅਗਰ ਸਾਡੇ ਜਿੱਦਾਂ ਥੋਟ ਵੱਧ ਜਾਂਦੇ ਹਨ, ਜਾਂ ਸਾਡੀ ਪਵਨ ਇੱਧਰ ਜ਼ਿਆਦਾ ਇਕੱਠੀ ਹੋ ਜਾਂਦੀ, ਕਿਉਂਕਿ ਪਵਨ ਨੂੰ ਸਮ ਕਰਕੇ ਅਸੀਂ ਦਰ ਖੋਲਣਾ। ਤੇ ਨੱਕ ਦੀ ਸੀਧ ਤੋਂ ਸੁਖਮਨਾ ਸਾਡੀ ਜਿਹੜੀ ਹੈ ਨਾ, ਇੱਥੋਂ ਅਸੀਂ ਸਵਾਸਾਂ ਨੂੰ ਸਮ ਕਰਨਾ ਹੁੰਦਾ। ਜਦੋਂ ਸਵਾਸ ਅਸੀਂ ਰੋਕ ਕੇ ਥੋੜਾ, ਇਹ ਪੁਰਾਣਾ ਜਾਂਬੀ ਮਹਾਰਾਜ ਇਹਦੇ ਵਿੱਚ ਬਾਣੀ ਵਿੱਚ ਵੀ ਦੱਸਿਆ ਹੋਇਆ ਭਈ ਇਹ ਸੁਖਮਨਾ ਦੇ ਘਰ ਰਾਗ ਕਿਸ ਤਰ੍ਹਾਂ ਸੁਣਨੇ। ਤੇ ਨਾਲੇ ਇਹ ਵੀ ਦੱਸਿਆ ਵੀ ਜਿਹੜਾ ਸਾਡੇ ਅੰਦਰ ਸਵਾਸ ਜਿਹੜੇ ਚੱਲਦੇ ਹਨ, ਇਹ ਰੇਚਕ ਕੁੰਭਕ ਜਿਹੜਾ ਬੱਚਾ ਕਰਦਾ ਹੈ, ਇਹਦੇ ਬਾਰੇ ਵੀ ਆਪਾਂ ਵਿਚਾਰ ਕਰਾਂਗੇ। ਭਈ ਪੇਟ ਫੁਲਾਉਂਦਾ ਜਦੋਂ, ਤੇ ਰੇਚਕ ਕੁੰਭਕ ਕਰਦਾ ਬੱਚਾ, ਉਹਦੀ ਨਾਭੀ ਦੇ ਵਿੱਚ, ਜਿੱਦਾਂ ਗੁਰਮੁਖ ਦੱਸਦੇ ਵੀ ਜਿਹੜਾ ਗੁਰਮੰਤਰ ਆਪਾਂ ਕਰਦੇ ਹਾਂ, ਜਦੋਂ ਵਾਹੇ ਕਹਿੰਦੇ ਆ ਤੇ ਆਪਾਂ ਪੇਟ ਪਿੱਛੇ ਨੂੰ ਰੀੜ ਦੀ ਹੱਡੀ ਵੱਲ ਨੂੰ ਲੈ ਜਾਂਦੇ, ਤੇ ਜਦੋਂ ਗੁਰੂ ਕਹਿੰਦੇ ਆ ਤੇ ਪੇਟ ਉੱਪਰ ਨੂੰ ਫੁੱਲ ਜਾਂਦਾ ਹੈ। ਤੇ ਇਸ ਤਰ੍ਹਾਂ ਇਹ ਫਿਰ ਜਦੋਂ ਬੱਚਾ ਵੀ ਇਸ ਤਰ੍ਹਾਂ ਪੇਟ ਦੇ ਵਿੱਚੋਂ ਸਵਾਸ ਲੈਂਦਾ, ਜਿਹੜਾ 2-3 ਮਹੀਨੇ ਦਾ, ਕਦੀ ਦੇਖੋ ਉਹਦਾ ਪੇਟ ਫੁੱਲਦਾ ਰਹਿੰਦਾ ਹੈ, ਉਹ ਰੇਚਕ ਕੁੰਭਕ ਹੁੰਦਾ ਉਹਦਾ। ਤੇ ਉਹ ਫਿਰ ਪੇਟ ਪੂਰਾ ਫੁਲਾ ਕੇ ਇੱਕਦਮ ਛੱਡ ਦਿੰਦਾ ਹੈ। ਮਹਾਰਾਜ ਬਾਣੀ ਵਿੱਚ ਲਿਖਿਆ, ਰੇਚਕ ਕੁੰਭਕ ਭਰਪੂਰ ਲੀਨਾ, ਬਾਜੇ ਸ਼ਬਦ ਅਨਾਹਦ ਬੀਨਾ। ਇਹਦੇ ਵਿੱਚ ਫਿਰ ਅੰਦਰ ਬੀਨਾ ਤੇ ਸ਼ਬਦ ਇਹ ਵੱਜਦੇ, ਕਿਉਂਕਿ ਹਵਾ ਪੂਰੀ ਭਰ ਕੇ ਫਿਰ ਉਹਨੂੰ ਛੱਡਣਾ। ਇਹ ਰੇਚਕ ਕੁੰਭਕ ਬੱਚਾ ਕਰਦਾ। ਆਪਾਂ ਬੱਚੇ ਤੋਂ ਵੀ ਸਿੱਖ ਸਕਦੇ ਹਾਂ, ਕਿਉਂਕਿ ਉਹ ਫਿਰ ਜਦੋਂ ਇੱਕਦਮ ਹਵਾ ਭਰ ਕੇ ਛੱਡਦਾ, ਉਹ ਪ੍ਰਕਾਸ਼ ਹੋ ਜਾਂਦਾ, ਉਹ ਜਿਹੜਾ ਚੰਦ ਸੂਰਜ ਦੀ ਗੰਢ ਖੁੱਲ ਜਾਂਦੀ ਹੈ। ਸੋ ਇਹ ਬਾਣੀ ਵਿੱਚ ਦੱਸਿਆ, ਆਪਾਂ ਬੜੇ ਵਿਸਤਾਰ ਦੇ ਨਾਲ, ਬੜੀ ਬਰੀਕੀ ਦੇ ਨਾਲ ਇਹਦੇ ਵਿੱਚ ਆਪਾਂ ਫਿਰ ਕਥਾ ਦੇ ਵਿੱਚ ਥੋੜਾ ਕਰਕੇ ਇਹਨੂੰ ਐਕਸਪਲੇਨ ਕਰਾਂਗੇ। ਤੇ ਇਹਦੇ ਚ ਤੁਸੀਂ ਕੋਈ ਘਬਰਾਣਾ ਨਹੀਂ, ਬਸ ਤੁਸੀਂ ਇਹ ਰੋਮਾਂ ਦੇ ਵਿੱਚ ਜਾਣਦੇ ਹੋ ਸੁਖਮਨਾ ਨੂੰ। ਤੇ ਇਹ ਰੋਮਾਂ ਦੇ ਵਿੱਚ ਜਦੋਂ ਸ਼ਬਦ ਜਿਹੜਾ ਰੋਮ ਰੋਮ ਚੱਲ ਪਏਗਾ, ਇੱਕ ਰੱਖਿਆ ਚੱਕਰ ਤੁਹਾਡਾ ਹੋਰ ਬਣ ਜਾਏਗਾ। ਇੱਕ ਸ਼ਬਦ ਦਾ ਰੱਖਿਆ ਚੱਕਰ, ਇੱਕ ਰੋਮ ਰੋਮ ਦਾ ਰੱਖਿਆ ਚੱਕਰ। ਤੇ ਜਦੋਂ ਜਿਹੜਾ ਸਾਡਾ ਅੰਦਰ ਧਮਾਕਾ ਹੁੰਦਾ ਨਾ, ਇਹ ਫਿਰ ਜਦੋਂ ਹੁੰਦਾ ਪਤਾ ਨਹੀਂ ਲੱਗਦਾ। ਫਿਰ ਜਿਹੜੇ ਜੀਵਾਂ ਨੂੰ ਨਹੀਂ ਪਤਾ ਹੁੰਦਾ, ਉਹਨਾਂ ਦੇ ਅੰਦਰ ਇੱਕਦਮ ਜਦੋਂ ਧਮਾਕਾ ਹੁੰਦਾ ਸ਼ਬਦ ਦਾ, ਗੁਰ ਸ਼ਬਦ ਜਦੋਂ ਗੱਜਦਾ, ਗੁਰ ਸ਼ਬਦੀ ਗੋਬਿੰਦ ਗੱਜਿਆ। ਤੇ ਉਹ ਫਿਰ ਭਾਈ ਸੇਵਾ ਸਿੰਘ ਉਤਰਮਾਲਾ ਜੀ ਵੀ ਦੱਸਦੇ ਹੁੰਦੇ ਸਨ ਭਈ ਉਹ ਜਿੱਦਾਂ ਬਾਰੀਆਂ ਖਿੜਕੀਆਂ ਏਅਰਪੋਰਟ ਦੇ ਲਾਗੇ ਜਿਨ੍ਹਾਂ ਦਾ ਘਰ ਹੁੰਦਾ, ਜਿੱਦਾਂ ਵੱਡੇ ਜਹਾਜ਼ ਜਿਹੜੇ ਬੋਇੰਗ ਜਹਾਜ਼ ਹੁੰਦੇ ਨੇ, ਉਹ ਫਿਰ ਜਦੋਂ ਧੌਲ ਪਾਰ ਕਰਦੇ ਨੇ ਤੇ ਉਹ ਦਰਵਾਜ਼ੇ ਦੀ ਖਿੜਕੀਆਂ ਜਿਹੜੀਆਂ ਉਹ ਕੰਬਣ ਲੱਗ ਜਾਂਦੀਆਂ। ਉਸ ਤੋਂ ਵੀ ਜ਼ਿਆਦਾ ਧਮਾਕਾ ਸਾਡੇ ਅੰਦਰ ਹੁੰਦਾ ਜਦੋਂ ਸ਼ਬਦ ਜਦੋਂ ਇੱਕਦਮ ਸਾਡੇ ਅੰਦਰ ਚੱਲਦਾ। ਉਹ ਰੋਮਾਂ ਦੇ ਕਰਕੇ, ਇਸ ਕਰਕੇ ਕਹਿੰਦੇ ਵੀ ਰੋਮ ਰੋਮ ਸਿਮਰਨ ਕਰਕੇ ਫਿਰ ਸਾਡੇ ਅੰਦਰ ਉਹ ਸਮਾ ਜਾਂਦਾ ਸ਼ਬਦ। ਜਿਹੜਾ ਇੱਕ ਵਾਰੀ ਧਮਾਕਾ ਸਾਰਿਆਂ ਦੇ ਹੀ ਹੁੰਦਾ ਜਿਹੜਾ, ਉਹ ਏਦਾਂ ਲੱਗਦਾ ਜਿੱਦਾਂ ਸਿਰ ਦੇ ਪਰ ਖੱਚੇ ਉੱਡ ਗਏ। ਤੇ ਇਸ ਕਰਕੇ ਉਹ ਦਿਮਾਗ ਦਾ ਸੰਤੁਲਨ ਇੱਕ ਵਾਰੀ ਹਿੱਲ ਜਾਂਦਾ ਪੂਰਾ। ਤੇ ਉਹਦੇ ਘਬਰਾਉਣ ਵਾਲੀ ਕੋਈ ਗੱਲ ਨਹੀਂ। ਇਹ ਰੋਮ ਰੋਮ ਕਰਨਾ, ਸਾਸ ਸਾਸ ਕਰਨਾ ਬਹੁਤ ਜ਼ਰੂਰੀ। ਸਾਸ ਸਾਸ ਸਿਮਰਨ ਵੀ ਗੁਰਮੁਖ ਕਰਾਉਂਦੇ ਹਨ। ਆਪਾਂ ਸਾਸ ਸਾਸ ਵੀ ਜਿੱਦਾਂ ਮੈਂ ਗੁਰੂ ਕਵਾਂ ਤੁਸੀਂ ਵਾਹੇ ਕਵਾਂ ਤੁਸੀਂ ਗੁਰੂ ਕਹਿਣਾ ਸਾਰਿਆਂ ਨੇ, ਇਹ ਆਪਾਂ ਫਿਰ ਸੰਗਤ ਵਿੱਚ ਕਰ ਸਕਦੇ ਹਾਂ, ਕਿਉਂਕਿ ਮੋਬਾਈਲ ਦੇ ਵਿੱਚ ਅੱਗਾ ਪਿੱਛਾ ਹੋ ਜਾਂਦਾ। ਤੇ ਇਹ ਆਪਾਂ ਸਾਥ ਸਾਥ ਥੋੜਾ ਕਰਾਵਾਂਗੇ, ਤਾਂ ਕਿ ਸਾਥ ਸਾਥ ਸਿਮਰਨ ਦੇ ਨਾਲ ਵੀ ਜਿੱਦਾਂ ਬਹੁਤ ਜ਼ਿਆਦਾ ਜਲਦੀ ਸਾਡਾ ਜਿਹੜਾ ਮਨ ਜਿਹੜਾ ਹੈ ਵਿਚਾਰਾਂ ਤੋਂ ਰਹਿਤ ਹੋ ਜਾਂਦਾ ਹੈ। ਤੇ ਇਹ ਅੱਗੇ ਜਿਹੜਾ ਸਵਾਸ ਗ੍ਰਾਸ ਹੈ, ਸਾਥ ਸਾਥ ਆਪਣੇ ਆਪ ਬਣ ਜਾਂਦਾ। ਫਿਰ ਸਾਥ ਸਾਥ ਜਿਹੜਾ ਅੱਗੇ ਰੋਮ ਰੋਮ ਬਣ ਜਾਂਦਾ। ਰੋਮ ਰੋਮ ਅੰਤਰਗਤ ਦੇ ਵਿੱਚ ਜਦੋਂ ਚਲਾ ਜਾਂਦਾ, ਰੋਮਾਂ ਦੇ ਵਿੱਚ ਅੰਤਰਗਤ ਦੇ ਵਿੱਚ ਫਿਰ ਇਹ ਸਿਮਰਨ ਗੁਰਮੰਤਰ ਚੱਲਦਾ ਰਹਿੰਦਾ ਹੈ। ਪਰ ਆਪਾਂ ਸ਼ਬਦਾਂ ਦੇ ਵਿੱਚ ਹੁੰਦੇ ਆ, ਫਿਰ ਆਪਾਂ ਸ਼ਬਦ ਸੁਣਨੇ ਹੁੰਦੇ ਹਨ ਤੇ ਸ਼ਬਦਾਂ ਵਿੱਚ ਸਮਾਣਾ ਤੇ ਫਿਰ ਪ੍ਰਕਾਸ਼ ਨੂੰ ਦੇਖਣਾ। ਇਹ ਫਿਰ ਅੱਗੇ ਵਿਧੀਆਂ ਚੱਲਣਗੀਆਂ। ਸੋ ਇਸ ਤਰ੍ਹਾਂ ਆਪਾਂ ਤੁਸੀਂ ਇਹਨੂੰ ਸੁਣੀ ਜਾਓ
रोम रोम करी जाओ। बहुत ही ये तीसरी स्टेज तुहाडी पार हो रही है महाराज किरपा दे नाल। फिर ये अगे तुसी हथ छड़ देना, जदों दिल दी धड़कन दे अंदर तुसी सुनी जाना, वो अपने ਹਾਂਜੀ आप ही गुरमुख चली जाएगा। दिल दी धड़कन दे विच दिल दी धड़कन ही वाहिगुरु कही जाएगी। जिद्दां कलोक नूं असीं सुनदे हां, वो भी इदां लगदा भी कलोक भी वाहिगुरु कह रहे। इंजन दी आवाज कार ਠੀਕ दी जिद्दां तुसीं खड़ा कार बंद नहीं कीती, ਉਹਦੇ ਚੋਂ ਤੁਹਾਨੂੰ ਵਾਹਿਗੁਰੂ ਸਿਮਰਨ ਦੀਵਾਰਾਂ ਦੇ ਵਿੱਚੋਂ ਇਹ ਆਪਣੇ ਅੰਦਰ ਸਾਡੀ ਆਤਮਾ ਦੀ ਆਵਾਜ਼ ਵੀ ਸਾਨੂੰ ਹੌਲੀ ਹੌਲੀ ਸੁਣਨੀ ਸ਼ੁਰੂ ਹੋ ਜਾਂਦੀ। ਸੋ ਬੜੀ ਠੀਕ ਕਿਰਪਾ ਗੁਰੂ ਪਿਆਰਿਓ। ਤੇ ਹਾਂਜੀ ਅੱਜ ਦਾ ਸਮਾਂ ਹੋ ਗਿਆ ਹੈ ਤੇ ਭੁੱਲਾਂ ਚੁੱਕਾਂ ਦੀ ਖਿਮਾ ਜੀ। ਕੱਲ ਫਿਰ ਆਪਾਂ ਦਰਸ਼ਨ ਕਰਦੇ ਹਾਂ। ਕਿਸੇ ਨੇ ਕਥਾ ਪਾਈ, ਮੈਂ ਅੱਜ ਥੋੜੀ ਜਿਹੀ ਸੁਣੀ ਸੀ ਤੇ ਹੋਰ ਵੀ ਭੈਣਾਂ ਨੇ ਵੀ ਇਹ ਸ਼ਾਇਦ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ ਬਈ ਅੱਗੇ YouTube ਤੇ ਵੀ ਇਹ ਪਾਣਗੇ, ਜਾਂ ਜਿਸ ਤਰ੍ਹਾਂ ਵੀ ਸੰਗਤ ਨੇ ਕਰਨਾ ਹੈ। ਸਾਰਿਆਂ ਦਾ ਭਲਾ ਹੋਵੇ, ਮਹਾਰਾਜ ਕਿਰਪਾ ਕਰਨ, ਸਭ ਦੇ ਅੰਦਰ ਸ਼ਬਦ ਪ੍ਰਗਟ ਹੋਣ, ਨਾਮ ਪ੍ਰਗਟ ਹੋਵੇ, ਪ੍ਰਕਾਸ਼ ਤੱਕ ਆਪਾਂ ਚੱਲ ਕੇ ਮਿਲਾਪ ਕਰੀਏ ਮਾਲਕ ਨਾਲ। ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਨਾਲ ਦੇ ਜੀਵ, ਸਾਡੇ ਨਾਲ ਜਿੰਨੇ ਵੀ ਗਏ ਹਨ, ਇੱਕ ਦੋ ਛੱਡ ਕੇ ਬਾਕੀ ਸਾਰੇ ਹੀ ਪਾਸ ਹੋ ਗਏ ਗੁਰੂ ਮਹਾਰਾਜ। ਕਿਉਂਕਿ ਸਾਨੂੰ ਫਿਰ ਇਹ ਮੋਹਰ ਲੱਗ ਗਈ ਵੀ ਸ਼ਬਦ ਪ੍ਰਗਟ ਹਨ। ਉਹਨਾਂ ਪੰਜਾਂ ਨੇ ਪਹਿਲੇ ਹੀ ਸਵਾਲ ਇਹੀ ਹੁੰਦਾ, ਤੁਹਾਨੂੰ ਪਤਾ ਹੀ ਹੈ ਭੈਣ ਜੀ, ਕਿ ਤੁਹਾਡੇ ਅੰਦਰ ਸ਼ਬਦ ਚੱਲਦੇ ਹਨ, ਅੰਮ੍ਰਿਤ ਰਸ ਆਉਂਦਾ। ਤੇ ਫਿਰ ਆਪਾਂ ਨੂੰ ਫਿਰ ਪੁੱਛਦੇ ਪਏ ਹੁਣ ਵੀ ਚੱਲਦੇ ਹਨ, ਤੇ ਫਿਰ ਕਿਰਪਾ ਮਹਾਰਾਜ ਦੀ ਹੋ ਜਾਂਦੀ ਹੈ। ਇਹਦਾ ਮਤਲਬ ਸ਼ਬਦ ਚੱਲਦੇ ਸੀ ਤਾਂ ਹੀ ਸਾਡੀ ਜੋਤ ਪ੍ਰਗਟ ਕੀਤੀ ਮਹਾਰਾਜ ਨੇ। ਸੋ ਇਸ ਕਰਕੇ ਬਹੁਤ ਹੀ ਭਾਗਾਂ ਵਾਲੇ ਜਿਹੜੇ ਆਪਣਾ ਸੰਗਤ ਵਿੱਚ ਬਹਿ ਕੇ ਜਿਹੜਾ ਜਿਨ੍ਹਾਂ ਨੇ ਸਿੱਖਿਆ ਲਈ ਹੈ, ਮਹਾਰਾਜ ਜੀ ਦੀ ਕਿਰਪਾ ਉਹਨਾਂ ਤੇ ਹੋਈ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਬਾਕੀ ਜਿਨ੍ਹਾਂ ਦੇ ਸਵਾਲ ਕੱਲ ਆਪਾਂ ਫਿਰ ਵਾਰੀ ਵਾਰੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।